ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰਾਮ ਜੀ ਨੂੰ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਚਾਵਲਾ ਜੀ, ਮਿਹਰਬਾਨੀ ਜੀ ਆਇਆਂ ਨੂੰ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ। ਦੋ ਵਾਰੀ ਇੱਕ ਗੱਲ ਕਰਾਂਗੇ। ਇੱਕ ਤਾਂ ਸਭ ਤੋਂ ਪਹਿਲਾਂ ਸਾਡੇ ਸਰੋਤੇ ਦਰਸ਼ਕ ਨੋਟ ਕਰਨ ਕਿ ਅੱਜ ਜਿਹੜੀ ਹੈ ਤਰੀਕ ਹੈਗੀ ਹੈ ਜੀ 25, ਹਾਂਜੀ ਹਾਂਜੀ, ਤੇ ਕੱਲ੍ਹ ਹੈ 26, ਤੇ 26 ਤਰੀਕ ਦਾ ਸਾਨੂੰ ਤੁਹਾਨੂੰ ਪਤਾ ਹੈ ਕਿ ਜਿਹੜਾ ਇੰਡੀਅਨ ਕੌਂਸੂਲੇਟ ਆਫਿਸ ਵੱਲੋਂ ਇੱਕ ਸੁਨੇਹਾ ਭੇਜਿਆ ਗਿਆ ਸੀਗਾ। ਉਹਦਾ ਪਹਿਲਾਂ ਹੌਕਾ ਦੇ ਦਈਏ, ਉਹ ਪਤਾ ਕਿ 2 ਵਾਰ ਦੇਣਾ ਪੈਣਾ ਆਪਾਂ ਨੂੰ। ਹਾਂਜੀ, ਨਹੀਂ ਉਦੋਂ ਦਾ ਮੇਰੇ ਖਿਆਲ ਆਪਾਂ ਅੱਧੀ ਦਰਜਨ ਵਾਰ ਦੇ ਚੁੱਕੇ ਹਾਂ। ਨਹੀਂ, ਅੱਜ ਵੀ 2 ਵਾਰ ਦੇਣਾ ਪੈਣਾ। ਅਸੀਂ ਤਾਂ ਰਾਤ ਨੂੰ ਰੋਜ਼ ਹੀ ਕੰਜੂ ਜੀ ਨੂੰ ਪੇਪਰ ਫੜਾਇਆ ਹੁੰਦਾ ਵੀ ਤੁਸੀਂ ਜ਼ਿੰਮੇਵਾਰੀ ਨਿਭਾ ਦਿਓ ਨਾ। ਹਾਂ, ਪਰ ਤੇ ਇੱਕ ਵਾਰੀ ਮੈਂ ਬੋਲਦਾ ਕਿ ਤੁਸੀਂ ਬੋਲਦਾ ਕਿ ਮੈਂ ਤਾਂ ਧੀਮੀ ਗਤੀ 'ਚ ਵੀ ਬੋਲ ਦਿੰਦਾ ਹੁੰਦਾ। ਬਿਲਕੁਲ ਜੀ, ਦੇਖੋ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਮੈਸੇਜ ਸਰੋਤਿਆਂ ਦਰਸ਼ਕਾਂ ਪਾਠਕਾਂ ਤੱਕ ਪਹੁੰਚਦਾ ਹੈ, ਪਰ ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਮੀਡੀਆ ਤੇ ਆਪਣਾ ਕੰਮ ਕਰ ਰਿਹਾ ਹੋਵੇ ਤੇ ਜਦੋਂ ਭੈਣ ਭਰਾ ਕੋਈ ਵਿਕਟਮ ਹੋ ਜਾਏ ਕਿਸੇ ਇਨਸੀਡੈਂਟ ਦਾ ਤੇ ਫਿਰ ਆਲ ਆਫ ਸਡਨ ਫੋਨ ਚੱਕ ਕੇ ਉਹਨੂੰ ਮੀਡੀਆ ਦਾ ਵੀ ਚੇਤਾ ਆ ਜਾਂਦਾ ਤੇ ਉਹਨੂੰ ਫਿਰ ਲੱਗਦਾ ਮੀਡੀਆ ਇਸ ਇਸ਼ੂ ਦੀ ਗੱਲ ਕਰੇ। ਜੀ, ਮੀਡੀਆ ਉਸ ਇਸ਼ੂ ਤੇ ਭਾਵੇਂ ਸਾਲਾਂ ਤੋਂ ਗੱਲ ਕਰ ਰਿਹਾ ਹੋਵੇ, ਪਰ ਜਦ ਭੈਣ ਭਰਾ ਨੇ ਆਪ ਹੀ ਨਹੀਂ ਰੇਡੀਓ ਹੀ ਨਹੀਂ ਔਨ ਕੀਤਾ, ਅਖਬਾਰ ਨਹੀਂ ਕਦੀ ਪੜ੍ਹੀ, ਟੈਲੀਵਿਜ਼ਨ ਨਹੀਂ ਚਲਾਇਆ, ਆਪਣਾ ਫੋਨ ਨਹੀਂ ਕਦੀ ਖੋਲ ਕੇ ਦੇਖਿਆ, ਤੇ ਫਿਰ ਉਹਨੂੰ ਹੀ ਨਹੀਂ ਪਤਾ ਲੱਗਾ। ਮਤਲਬ ਕਹਿੰਦਾ ਵੀ ਜੇ ਆਪਣੀਆਂ ਅੱਖਾਂ ਕਬੂਤਰ ਵਾਂਗੂ ਬੰਦ ਆ ਤੇ ਉਹਦੇ ਵਿੱਚ ਫਿਰ ਮੀਡੀਆ ਸਹਾਇਕ ਹੋਣ 'ਚ ਨਹੀਂ ਬਹੁਤਾ ਕੁਝ ਕਰ ਸਕਦਾ। ਤੋ ਆਪਾਂ ਦੇਖੋ ਇਹ 9 ਫਰਵਰੀ ਤੋਂ ਗੱਲ ਕਰਦੇ ਆ ਰਹੇ ਹਾਂ ਕਿ 26 ਤਰੀਕ ਨੂੰ ਕੈਂਪ ਲੱਗਣਾ, 9 ਫਰਵਰੀ। ਸੋ ਤਦ ਕਰਕੇ ਇਹ ਹੈ ਜੀ, ਕਾਫੀ ਸਾਰੇ ਲੋਕਾਂ ਨੂੰ ਫੋਨ ਦੇ ਵਿੱਚ ਵੀ ਇਹ ਇਨਫੋਰਮੇਸ਼ਨ ਭੇਜੀ, ਪਰ ਸਾਨੂੰ ਕੱਲ ਤੱਕ ਵੀ ਪਤਾ ਲੱਗ ਰਿਹਾ ਸੀ ਵੀ ਉਹਨਾਂ ਭੈਣ ਭਰਾਵਾਂ ਨੇ ਇੰਨੀ ਹਿੰਮਤ ਹੀ ਨਹੀਂ ਕੀਤੀ ਵੀ ਫੋਨ ਖੋਲ ਕੇ ਇਨਫੋਰਮੇਸ਼ਨ ਪੜ੍ਹ ਲੈਣ। ਜੌਲ ਸਾਹਿਬ ਦਾ ਨੰਬਰ ਲੈ ਲੈਣਾ ਮੁੜ ਕੇ। ਫਿਰ ਜੌਲ ਸਾਹਿਬ ਭਾਵੇਂ ਕੰਮ ਤੇ ਹੋਣ, ਰੋਟੀ ਖਾਂਦੇ ਹੋਣ, ਲੰਚ ਕਰਦੇ ਹੋਣ, ਸੁੱਤੇ ਹੋਣ, ਬੱਚਿਆਂ ਨੂੰ ਜੋ ਫੈਮਿਲੀ ਟਾਈਮ ਹੋਵੇ, ਫਿਰ ਗੱਲ ਨਾ ਸੁਣੋ। ਮੀਡੀਆ ਵਾਲਿਆਂ ਦੀ ਆਕੜ ਬੜੀ। ਵੌਇਸ ਆਫ ਸਿਟੀ 1320 AM ਤੇ ਕੱਲ੍ਹ ਦੇ ਪ੍ਰੋਗਰਾਮ ਦੇ ਬਾਰੇ ਦੱਸ ਦਈਏ ਕਿ ਇੰਡੀਅਨ ਕੌਂਸੂਲੇਟ ਆਫਿਸ ਵੱਲੋਂ ਤੁਹਾਡੇ ਪੰਜਾਬੀਆਂ ਦੀ ਬਹੁਤ ਸੰਘਣੀ ਆਬਾਦੀ ਵਾਲੇ ਏਰੀਏ ਦੇ ਵਿੱਚ ਇੱਕ ਦਿਨ ਦਾ ਇੱਕ ਰੋਜ਼ਾ ਕੈਂਪ ਲਾਇਆ ਜਾ ਰਿਹਾ। ਉਸ ਕੈਂਪ ਦੇ ਬਾਰੇ ਦੱਸ ਦਿਓ, ਕੀ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਬਿਲਕੁਲ ਚਾਵਲਾ ਜੀ, ਦੇਖੋ ਇਹ ਕੈਂਪ ਜਿਹੜਾ ਲੱਗਣ ਜਾ ਰਿਹਾ, ਪਹਿਲੀ ਗੱਲ ਤੇ ਨਾਨਕਸਰ ਗੁਰਦੁਆਰਾ ਸਾਹਿਬ ਜੋ ਸ਼ੈਰੀਡਨ ਕਾਲਜ ਦੇ ਲਾਗੇ ਮੈਕਲੋਗਲਨ ਰੋਡ ਤੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਉੱਥੇ ਇਹ ਕੈਂਪ ਲੱਗਣਾ ਜੀ, ਜਿਹੜਾ ਕਿ 64 ਟਿੰਬਰਲੇਨ ਡਰਾਈਵ ਤੇ ਹੈਗਾ। ਤੇ ਫਿਰ ਇਹਦੀ ਜਿਹੜੀ ਟਾਈਮਿੰਗ ਆ ਜੀ, ਇਹ ਬੜੀ ਲਿਮਿਟਡ ਆ, 10 ਤੋਂ ਲੈ ਕੇ ਸਵੇਰੇ 1:30 ਵਜੇ ਤੱਕ। ਸੋ 10 ਦਾ ਮਤਲਬ ਇਹ ਹੈ ਜੀ ਕਿ ਉੱਥੇ ਲੋਕਾਂ ਨੇ 8-9 ਵਜੇ ਪਹੁੰਚਣਾ ਸ਼ੁਰੂ ਕਰ ਦੇਣਾ। ਜਿੱਦਾਂ ਕਿ BLS ਦਫ਼ਤਰ ਦੇ ਬਾਹਰ ਤੜਕੇ 3-4 ਵਜੇ ਲਾਈਨਾਂ ਲੱਗਣੀਆਂ ਸ਼ੁਰੂ ਹੋਣ ਦੀਆਂ ਗੱਲਾਂ ਚੱਲੀਆਂ ਸੀ ਪਿੱਛੇ। ਏਦਾਂ ਹੀ ਪਈ ਜਾਣੀ ਕਿ ਇਹ ਹੁਣ ਕਈ ਵਾਰੀ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ 3 ਘੰਟਿਆਂ 'ਚ ਕਿੰਨਾ ਕੁ ਕੰਮ ਕਰ ਲੋਗੇ, ਤੁਸੀਂ ਦੂਰੋਂ ਚੱਲ ਕੇ ਆਉਣਾ, ਕੈਂਪ 4-5 ਵਜੇ ਤੱਕ ਤੇ ਰੱਖੋ। ਉਹ ਕਹਿੰਦੇ ਜੀ ਅਸੀਂ ਜਿੰਨਾ ਵੀ ਟਾਈਮ ਦਿਆਂਗੇ। ਹੁਣ ਤੁਸੀਂ ਦੇਖੋ ਵੀ ਆਪਾਂ ਉੱਥੋਂ ਚੱਲ ਕੇ ਆਏ ਆ, ਨਵੇਂ ਟੈਚੀ ਚੁੱਕ ਕੇ, ਸਮਾਨ ਵੀ ਨਵੇਂ, ਪਰ ਦਿਮਾਗਾਂ ਦੀ ਬਣਤਰ ਉਹ ਆਪ ਕਹਿੰਦੇ ਸਟਾਫ ਅਫੀਸ਼ੀਅਲੀ ਕਿ ਜੇ ਅਸੀਂ 4 ਵਜੇ ਦਾ ਟਾਈਮ ਦਿਆਂਗੇ ਤੇ ਲੋਕਾਂ ਨੇ 5 ਵਜੇ ਤੱਕ ਆਈ ਜਾਣਾ, ਉਹਨਾਂ ਨੂੰ ਨਿਪਟਾਉਂਦਿਆਂ ਸਾਨੂੰ 7 ਵੱਜ ਜਾਣੇ ਆ। ਤੇ ਜੇ ਅਸੀਂ ਹੁਣ 1:30 ਵਜੇ ਤੱਕ ਦਾ ਟਾਈਮ ਦਿਆਂਗੇ ਤੇ ਲੋਕਾਂ ਨੇ 3 ਵਜੇ ਤੱਕ ਆਈ ਜਾਣਾ, ਜਿਹਨਾਂ ਨੂੰ ਨਿਪਟਾਉਂਦਿਆਂ ਸਾਨੂੰ 4-5 ਵਜੇ ਹੀ ਜਾਣੇ ਆ। ਮਤਲਬ ਕੈਨੇਡਾ 'ਚ ਅਸੀਂ ਆ ਕੇ ਸਵਰਗ ਸਿਰਜਿਆ ਵੀ ਹਜੇ ਤੱਕ ਵੀ ਅਸੀਂ ਟਾਈਮ ਦੇ ਪਾਬੰਦ ਨਹੀਂ ਹੋ ਸਕੇ। ਸਹੀ ਗੱਲ ਆ। ਔਰ ਹੈਰਾਨੀ ਹੁੰਦੀ ਆ ਵੀ ਇਹਨਾਂ ਵਿੱਚ ਭੈਣ ਭਰਾਵਾਂ 'ਚ ਸਾਰਿਆਂ ਦਾ ਸਤਿਕਾਰ ਬਹੁਤ ਹੈ, ਚਰਨਾਂ ਨੂੰ ਹੱਥ ਲਾਉਂਦੇ ਆ। ਸੇਵਾ ਮੁਕਤ ਹੋਣਗੇ ਜਿਨ੍ਹਾਂ ਨੇ ਜ਼ਿੰਦਗੀ ਭਰ ਉੱਥੇ ਨੌਕਰੀਆਂ ਕੀਤੀਆਂ, ਪਤਾ ਨਹੀਂ ਲੋਕਾਂ ਨੂੰ ਕੀ ਸਿਖਾਇਆ, ਆਪ ਨਹੀਂ ਸਿੱਖਿਆ ਟਾਈਮ ਤੇ ਜਾਣਾ। ਇਹਨਾਂ ਦੇ ਵਿੱਚ ਉਹ ਵੀ ਹੁਣੇ ਜਿਹੜੇ ਸਰਕਾਰੀ ਬੈਂਕਾਂ ਦੇ ਵਿੱਚ ਲੋਕਾਂ ਨੂੰ ਖੱਜਲ ਖਵਾਰ ਕੀਤਾ ਤੇ ਹੁਣ ਮੁੜ ਕੇ ਗੱਲਾਂ ਸਾਡੇ ਲੋਕ ਤਾਂ ਕਹਿੰਦੇ ਕੱਢੋ ਹੀ ਨਾ ਜੀ। ਕਿਉਂ ਨਾ ਕੱਢੋ, ਹੱਥਾਂ ਨਾਲ ਦਿੱਤੀਆਂ ਨੰਦਾਂ ਨਾਲ ਖੋਲਣੀਆਂ ਪੈਣੀਆਂ। ਹੁਣ ਬਰਫ਼ ਦੇ ਵਿੱਚ ਖਲੋਣਾ ਪੈਣਾ, ਜਿਵੇਂ ਉੱਥੇ ਬਜ਼ੁਰਗ ਪੈਨਸ਼ਨਾਂ ਲੈਣ ਆਉਂਦੇ ਸੀ, ਇਹਨਾਂ ਕੋਲ ਖਿਲਾਰਦੇ ਸੀ ਨਾ, ਬਾਹਰ ਦਬਕੇ ਮਾਰਦੇ ਸੀਗੀਆਂ, ਮਾਰਦੀਆਂ ਸੀਗੀਆਂ। ਮਾਰਦੀਆਂ ਲਫ਼ਜ਼ ਤੁਹਾਡੇ ਕੋਲ ਸਿੱਖ ਲਿਆ ਇੱਕ ਹੋਰ। ਕਿਉਂਕਿ ਆਪਾਂ ਕਹਿੰਦੇ ਜੀ ਨੁਕਸ ਇੱਥੇ ਆ ਕੇ ਬਰੈਂਪਟਨ 'ਚ ਕੱਢੋ, ਓਨਟਾਰੀਓ 'ਚ ਕੱਢੋ, ਕੈਨੇਡਾ 'ਚ ਕੱਢੋ, ਸਾਡੇ 'ਚ ਨਾ ਕੱਢੋ। ਕੋਈ ਹੋਈਏ ਭਾਵੇਂ ਆਪਾਂ ਨੁਕਸਾਂ ਦੀ ਪੰਡ, ਹਵਾ ਲੱਗੇ ਕਿਤੇ। ਸੋ ਕਹਿਣ ਦਾ ਮਤਲਬ ਇਹ ਆ ਜੀ ਵੀ ਇਹ ਅਫੀਸ਼ੀਅਲੀ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਵੀ ਟਾਈਮ ਦੇ ਦਾਂਗੇ, ਲੋਕਾਂ ਨੇ ਘੰਟਾ ਲੇਟ ਆਉਣਾ ਹੈ, ਉਹਨਾਂ ਨੂੰ ਨਿਪਟਾਉਂਦਿਆਂ ਲਾਈਨਾਂ ਉਹ ਸਾਨੂੰ ਟਾਈਮ ਲੱਗ ਜਾਣਾ। ਇਸ ਕਰਕੇ 1:30 ਵਜੇ ਤੱਕ ਉਹਨਾਂ ਨੇ ਟਾਈਮ ਦਿੱਤਾ ਹੈ। 2 ਵਜੇ ਤੱਕ ਵੀ ਜਿਹੜੇ ਭੈਣ ਭਰਾ ਪਹੁੰਚ ਜਾਣਗੇ, ਹੋ ਸਕਦਾ ਉਹਨਾਂ ਨੂੰ ਉਹ ਸਰਵ ਕਰਨ, ਪਰ ਸਵੇਰੇ ਅਰਲੀ ਪਹੁੰਚਣਾ ਹੋਵੇਗਾ ਜ਼ਰੂਰੀ ਜੀ। ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਪੁੱਛਿਆ ਜੀ ਵੀ ਕਿਹੜੀ ਉਹਨਾਂ ਦੀ ਸਰਵਿਸ ਦੇਣੀ ਹੈ, ਇੱਕ ਤਾਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਜੀ ਵੀ ਪੈਂਡਿੰਗ ਇੰਡੀਅਨ ਆਪਣੇ ਪਾਸਪੋਰਟ ਦੇ ਇਸ਼ੂਜ਼ ਹੋ ਸਕਦੇ, ਜਾਂ ਉਹਨਾਂ ਨੇ ਰੀਇਸ਼ੂ ਕਰਾਉਣਾ, ਰੀਨਿਊ ਕਰਾਉਣਾ ਵਗੈਰਾ, ਤੇ ਜਾਂ ਫਿਰ ਕੋਈ OCI ਦਾ ਜਿਹੜਾ ਇਸ਼ੂ ਲਿੰਗਰ ਔਨ ਕੀਤਾ ਹੋ ਸਕਦਾ। ਇੱਦਾਂ ਇੰਡੀਅਨ ਵੀਜ਼ਾ ਦੇ ਨਾਲ ਕੋਈ ਕੁਐਸਚਨ ਹੋ ਸਕਦਾ,
ਜਾਂ ਫਿਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਇੱਥੇ ਪੀਆਰ ਹੋਣਾ ਹੋਵੇ ਤੇ ਉਹ ਲੈਣਾ ਪੈਂਦਾ। ਸੈਂਟਰ ਸਰਟੀਫਿਕੇਟ ਦੀ ਆਪਾਂ ਗੱਲ ਕਰ ਚੁੱਕੇ ਹਾਂ। ਉਸ ਸਿਲਸਿਲੇ ਦੇ ਵਿੱਚ ਲਾਈਫ ਸਰਟੀਫਿਕੇਟ ਜਿਹੜੇ ਮੌਕੇ ਤੇ ਅਟੈਸਟ ਕੀਤੇ ਜਾ ਸਕਦੇ ਆ। ਇਹ ਲਾਈਫ ਸਰਟੀਫਿਕੇਟ ਦਾ ਫਾਰਮ ਆਨਲਾਈਨ ਉਹਨਾਂ ਨੇ ਉਪਲਬਧ ਕਰਵਾਇਆ, ਪ੍ਰਿੰਟ ਕਰਾ ਕੇ ਨਾਲ ਲਿਜਾਇਆ ਜਾ ਸਕਦਾ। ਹੋ ਸਕਦਾ ਉੱਥੇ ਵੀ ਫਾਰਮ ਮਿਲ ਜਾਏ, ਪਰ ਖਾਲੀ ਹੱਥ ਨਾ ਜਾਓ, ਤਾਂ ਕਿ ਆਨਲਾਈਨ ਹੁਣ ਸਫੀਸ਼ੀਐਂਟ ਟਾਈਮ ਸੀਗਾ, ਪ੍ਰਿੰਟ ਕਰ ਲਿਆ ਜਾ ਸਕਦਾ। ਇਦਾਂ ਹੀ ਜਿਨ੍ਹਾਂ ਨੇ ਪਾਵਰ ਆਫ ਅਟਾਰਨੀ ਜਾਂ ਹੋਰ ਕੋਈ ਅਟੈਸਟੇਸ਼ਨ ਕਿਸੇ ਤਰ੍ਹਾਂ ਦੀ ਕਰਾਉਣੀ ਆ, ਹਨਾ, ਇਹਦੇ ਵਿੱਚ ਕੰਡੀਸ਼ਨ ਉਹਨਾਂ ਨੇ ਇਹੀ ਕਹੀ ਆ ਵੀ ਅਸੀਂ ਉੱਥੇ, ਕਿਉਂਕਿ ਟਾਈਮ ਲਿਮਿਟਡ ਹੈ, ਬਹੁਤ ਸਾਰੇ ਲੋਕਾਂ ਨੇ ਜਾਣਾ, ਤੇ ਜੇ ਹੁਣ ਇੱਕ ਕੋਈ ਵਿਅਕਤੀ ਜਾ ਕੇ ਉੱਥੇ ਅੱਧਾ ਘੰਟਾ ਵੇਸਟ ਕਰ ਦੇਗਾ ਵੀ ਹੁਣ ਮੈਨੂੰ ਫਾਰਮ ਦਿਓ, ਫਿਰ ਮੈਂ ਉਹ ਫਾਰਮ ਭਰਾਂ, ਮੇਰੀ ਐਪਲੀਕੇਸ਼ਨ ਪੂਰੀ ਨਹੀਂ ਹੈ, ਸਪੈਲਿੰਗ ਮੈਂ ਆਨਲਾਈਨ ਗਲਤ ਭਰ ਦਿੱਤੇ ਹੈ। ਸੋ ਇਸ ਤਰ੍ਹਾਂ ਦੇ ਜੇ ਨੁਕਸ ਕਮੀਆਂ ਹੋਣਗੀਆਂ ਉਹ ਤਾਂ ਨਹੀਂ ਉਹਨਾਂ ਨੂੰ ਫਿਰ ਅਟੈਂਡ ਕਰ ਪਾਉਣਗੇ, ਪਰ ਜਿਨ੍ਹਾਂ ਦੀ ਐਪਲੀਕੇਸ਼ਨ ਪੂਰੀ ਤਰ੍ਹਾਂ ਕੰਪਲੀਟ ਹੋਏਗੀ, ਠੀਕ ਦੋਸਤ ਪਾਈ ਜਾਏਗੀ, ਉਹਨੂੰ ਐਕਸੈਪਟ ਵੀ ਉੱਥੇ ਮੌਕੇ ਤੇ ਕੀਤੇ ਜਾਣਾ। ਤੇ ਜਿਹੜੀ ਉੱਥੇ ਫੀ ਜੇ ਕੋਈ ਪੇ ਕਰਨੀ ਪਵੇ ਤੇ ਉਹ ਡੈਬਿਟ ਕਾਰਡ ਆਪਣਾ ਨਾਲ ਲੈ ਕੇ ਜਾਣਾ। ਤੇ ਇਹਦੇ ਨਾਲ ਹੀ ਇਹ ਆ ਜੀ ਵੀ ਜਿਹੜਾ ਇਹ ਅਟੈਸਟੇਸ਼ਨ ਦੀ ਫੀ ਆ ਪਾਵਰ ਆਫ ਅਟਾਰਨੀ ਵਗੈਰਾ ਦੀ, ਉਹਦੇ ਲਈ ਜਿਹੜਾ ਜੀ ਵੀ ਉੱਥੇ ਬਕਾਇਦਾ ਤੌਰ ਤੇ ਉਹ ਬੈਂਕ ਡਰਾਫਟ ਆ ਉਹ ਚਾਹੀਦਾ ਹੋਊਗਾ। ਬੈਂਕ ਡਰਾਫਟ ਅੱਜ ਬਣਾਇਆ ਜਾ ਸਕਦਾ, ਜੇ 9 ਤਰੀਕ ਤੱਕ ਨਹੀਂ ਸੀ ਸੁਣੀ ਗੱਲ, ਅਸੀਂ ਕਈ ਵਾਰੀ ਕੀਤੀ ਹੈ, ਲੇਕਿਨ ਕਿ ਬੈਂਕ ਡਰਾਫਟ ਅੱਜ ਵੀ ਬਣਾਉਣ ਦਾ ਟਾਈਮ ਹੈਗਾ ਕੈਂਪ ਤੋਂ ਪਹਿਲਾਂ ਜੇ ਜਾਣਾ ਹੋਵੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਪਾਵਰ ਆਫ ਅਟਾਰਨੀ ਤੇ ਨਹੀਂ ਸਾਈਨ ਹੋ ਰਹੀਆਂ। ਹੁਣ ਇਹ ਆ ਵੀ ਪਾਵਰ ਆਫ ਅਟਾਰਨੀ ਇੱਕ ਇਹੋ ਜਿਹਾ ਡਾਕੂਮੈਂਟ ਹੈ ਜੀ ਜਿਹੜਾ ਤੁਸੀਂ ਕਿਸੇ ਨੂੰ ਕਹਿ ਲਓ ਮੁਖਤਿਆਰਨਾਮਾ ਦੇ ਰਹੇ ਹੋ ਵੀ ਮੇਰੀ ਜਗ੍ਹਾ ਤੇ ਪ੍ਰਾਪਰਟੀ ਵੇਚ ਦੇ, ਖਰੀਦ ਲੈ, ਜਾਂ ਇਹਦਾ ਦੇਖਭਾਲ ਕਰ। ਹੁਣ ਉਹਦੇ ਵਿੱਚ ਕਈ ਵਾਰੀ ਭੈਣ ਭਰਾ ਕੀ ਕਰਦੇ ਆ ਵੀ ਸਾਰੇ ਟੱਬਰ ਦੀ 2-3 ਜੀਆਂ ਦੀ ਲੈ ਕੇ ਪਾਵਰ ਆਫ ਅਟਾਰਨੀ ਪਹੁੰਚ ਜਾਣਗੇ ਉਹਦੇ ਸਾਈਨ ਕਰਾਉਣਾ ਆਪ ਇਕੱਲੇ। ਹੁਣ ਕੱਲ ਨੂੰ ਜਿਹੜੇ ਜੀ ਨੇ ਪਾਵਰ ਆਫ ਅਟਾਰਨੀ ਜੇ ਕੱਲ ਨੂੰ ਹੇਠਾਂ ਉੱਤਾ ਹੋ ਗਿਆ, ਉਹਨੇ ਤਾਂ ਕਹਿਣਾ ਜੀ ਮੇਰੇ ਸਾਹਮਣੇ ਮੈਂ ਤਾਂ ਕੀਤੇ ਨਹੀਂ ਸੀ, ਮੈਨੂੰ ਤਾਂ ਪਤਾ ਹੀ ਨਹੀਂ। ਸੋ ਇਸ ਕਰਕੇ ਪਾਵਰ ਆਫ ਅਟਾਰਨੀ ਇੱਕ ਇਹੋ ਜਿਹਾ ਡਾਕੂਮੈਂਟ ਹੈ, ਮੁਖਤਿਆਰਨਾਮਾ, ਜਿਹਦੇ ਵਿੱਚ ਕਿ ਜਿੰਨੇ ਵੀ ਉਹਦੇ ਵਿੱਚ ਨਾਂ ਸ਼ਾਮਲ ਆ ਉਹ ਸਾਰਿਆਂ ਦਾ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਆ। ਇਟਸ ਵੈਲਿਡ ਪੁਆਇੰਟ। ਇਸ ਕਰਕੇ ਜਿਨ੍ਹਾਂ ਦੀ ਪਾਵਰ ਆਫ ਅਟਾਰਨੀ ਆ ਉਹ ਸਾਰੇ ਜਣੇ ਜਾਣਗੇ ਕੈਂਪ ਦੇ ਵਿੱਚ ਜੇ ਉਹਨਾਂ ਨੇ ਅਟੈਸਟ ਕਰਾਉਣੀ ਹੈ। ਲਓ ਵੀ ਜਿਹੜੇ ਸਰਕਾਰੀ ਬਾਊ, ਹਾਂਜੀ, ਭਾਵੇਂ ਉਹ ਬੈਂਕਾਂ ਦੇ ਵਿੱਚ ਲਾਈਨਾਂ ਲਵਾਉਂਦੇ ਰਹੇ, ਜਿਨ੍ਹਾਂ ਦਾ ਹੱਕ, ਜਿਨ੍ਹਾਂ ਦੀ ਕਮਾਈ, ਜਿਨ੍ਹਾਂ ਦੇ ਪੈਸੇ ਜਮ੍ਹਾਂ ਕਰਾਏ, ਉਹਨਾਂ ਦੀ ਜਿਹੜੀ ਆ ਇੰਟਰਸਟ ਨਾਲ ਇਹਨਾਂ ਦੇ ਢਿੱਡ ਭਰਦੇ ਸੀ, ਉਹਨਾਂ ਨੂੰ ਖੱਜਲ ਖਵਾਰ ਕਰਨ ਵਾਲੇ, ਟੋਕਨ ਨਹੀਂ ਸੀ ਹਿਲਦਾ ਹੁੰਦਾ, ਲੰਬੀਆਂ ਟੁੱਟ ਕੇ ਪੈਂਦੇ ਸੀ ਬੀਬੀ ਜਿਹੜੇ, ਉਹ ਵੀ ਲਾਈਨ 'ਚ ਲੱਗਣਗੇ ਕੱਲ੍ਹ ਨੂੰ। ਪੁਲਿਸ ਅਫਸਰ ਵੱਡੀਆਂ ਗੋਗੜਾਂ ਜਿਹੜੇ ਨਿਆਣੇ ਕੁੱਟਦੇ ਰਹੇ ਨੇ ਬਿਨਾਂ ਵਜ੍ਹਾ ਤੋਂ, ਆਣ ਮਿਲੋ ਸੱਜਣਾ, ਹਾਂਜੀ, ਜਾਂ ਨਾਕਿਆਂ ਦੇ ਖਲੋਤੇ ਛਿੱਲ ਲਾਉਂਦੇ ਰਹੇ, ਉਹ ਵੀ ਪੁੱਠੇ ਡੰਡੇ ਬਣਾਉਣ ਵਾਲੇ, ਆ ਭੈਣ ਜੀਆਂ ਜਿਹੜੇ ਨੇ, ਹਾਂਜੀ, ਭਲਿਆ ਵੇਲਿਆਂ ਦੇ ਵਿੱਚ ਇਹਨਾਂ ਨੇ ਪੱਠੇ ਵੜਾਏ ਬੱਚੇ ਦੀ ਐਜੂਕੇਸ਼ਨ ਟਾਈਮ ਦੇ ਉੱਤੇ, ਘਰੋਂ ਰੋਟੀਆਂ ਮੰਗਵਾਈਆਂ, ਸਵੈਟਰ ਬੁਣੇ, ਹਾਂਜੀ, ਉਹ ਸਾਰੇ ਜਿਹੜੇ ਚੰਗੇ ਨੇ ਉਹ ਨਹੀਂ। ਸਰਕਾਰੀ ਬਾਊਆਂ ਵਾਸਤੇ ਸੂਚਨਾ ਜੀ ਇਹ, ਭਾਈ ਤੁਹਾਡੀ ਪੈਨਸ਼ਨ ਲਈ ਕੱਲ ਇੱਕ ਦਿਨ ਦਾ ਜਿਹੜਾ ਹੈ ਉਹ ਕੈਂਪ ਲਾ ਰਹੀ ਹੈ ਇੰਡੀਅਨ ਕੌਂਸੂਲੇਟ ਆਫਿਸ। ਸੋ ਵੌਇਸ ਆਫ ਸਿਟੀ 1320 AM, ਚਾਵਲਾ ਨਿਊਜ਼ ਨੈਟਵਰਕ ਤੋਂ ਟੋਰਾਂਟੋ। ਰੰਗਲਾ ਪੰਜਾਬ ਦੇ ਵਿੱਚ ਜੇ ਆਪਾਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰੀਏ, ਉਧਰ ਲਾਈਨਾਂ ਫਲੈਸ਼ ਹੋ ਰਹੀਆਂ ਸੀ। ਇੱਕ ਸੈਕਿੰਡ ਦੇਣਾ, ਆਪਾਂ ਕਹਿੰਦੇ ਵੀ ਚੰਗੇ ਤੇ ਚੰਗੀਆਂ ਬਹੁਤੇ ਆ, ਪਰ ਸਾਹਮਣੇ ਕੰਧ ਤੇ ਲਿਖੇ ਦ੍ਰਿਸ਼ ਦੇ ਮੁਤਾਬਕ ਇਹ ਲੱਗ ਰਿਹਾ ਵੀ ਚੰਗੇ ਤੇ ਚੰਗੀਆਂ ਕਾਫੀ ਘਟ ਗਏ ਆ। ਇੱਕ ਕੌਮ ਆਪਣੇ ਗੁਰੂਆਂ ਦੀ ਵਰਸੋਈ ਧਰਤੀ ਤੋਂ ਉਜੜ ਕੇ ਸਾਰੀ ਦੁਨੀਆ 'ਚ ਖਾਕ ਛਾਣ ਰਹੀ ਹੈ। ਕੁਝ ਕਾਰਨ ਹੈ। ਨੌਕਰੀ ਮਿਲਣ ਤੋਂ ਪਹਿਲਾਂ ਅਸੀਂ ਟੈਂਕੀ ਤੇ ਆ ਵੀ ਨੌਕਰੀ ਮਿਲੇ, ਨੌਕਰੀ ਮਿਲ ਗਈ ਤੇ ਅਸੀਂ ਕੰਮ ਨਹੀਂ ਕਰਦੇ, ਅਸੀਂ ਸਵੈਟਰ ਬੁਣਦੇ, ਉੱਥੇ ਜਾ ਕੇ ਅਸੀਂ ਝੋਨੇ ਲਾਉਣੇ ਆ ਨੌਕਰੀ ਦੇ ਟਾਈਮ ਤੇ, ਕਣਕਾਂ ਵਢਾਉਣੇ ਆ। ਸੋ ਆਹ ਜਿਹੜੀ ਕੌਮ ਦੇ ਲੋਕਾਂ ਦਾ ਕਿਰਦਾਰ ਆ, ਉਹ ਕਿਹੜਾ ਸਵਰਗ ਸਿਰਜਣਾ ਚਾਹੁੰਦੇ ਇਸ ਧਰਤੀ ਤੇ, ਚਾਹੁੰਦੀਆਂ ਦੱਸਣ ਇੱਥੇ ਰੱਖ। ਸੋ ਇਸ ਕਰਕੇ ਕਾਰਨ ਆ ਸਾਡੀ ਬਰਬਾਦੀ ਦੇ, ਕਾਰਨ ਆ ਸਾਡੇ ਉਜਾੜੇ ਦੇ। ਇੱਥੇ ਆ ਕੇ ਬਰੈਂਪਟਨ, ਓਨਟਾਰੀਓ, ਕੈਨੇਡਾ 'ਚ ਨੁਕਸ ਕੱਢਣੇ ਸੌਖੇ ਆ, ਉੱਥੋਂ ਨੁਕਸ ਕੱਢਦੇ ਆਪਾਂ ਸਾਰੀ ਧਰਤੀ ਤੇ ਹੋ ਗਿਆ ਖੱਜਲ। ਤੇ ਹੁਣ ਥੋੜੀ ਜਿਹੀ ਹੋਸ਼ ਕਰੀਏ, ਆਪਣੇ ਨੁਕਸ ਕੱਢ ਲਈਏ, ਸਭ ਕੁਝ ਠੀਕ ਹੈ। ਚਲੋ, ਜਲ ਸਾਹਿਬ ਕਹਿੰਦੇ ਨੇ ਕਿ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ ਉਹ ਕਮੇਡੀਅਨ ਸੀ ਵਿਚਾਰਾ ਪਹਿਲਾਂ, ਹਨਾ, ਸਾਡੇ ਭਗਵੰਤ ਮਾਨ ਵਾਂਗੂ ਉਹ ਵੀ ਕਮੇਡੀ ਕਰਕੇ ਪਾਪੂਲਰ ਹੋਇਆ, ਹਾਂਜੀ, ਲੋਕਾਂ ਦਿਲਾਂ 'ਚ ਥਾਂ ਬਣਾਈ। ਉਹਦੇ ਨਾਲ ਵਿਚਾਰੇ ਨਾਲ ਦੁਨੀਆ ਤੋਂ ਜੱਗੋ 13ਵੀਂ ਕਮੇਡੀ ਹੋ ਗਈ ਆ। UK US ਬੜਾ ਮਾਰਦੇ ਨਾਟੋ ਵਾਲੇ, ਹੁਣ ਉਹ ਵਿਚਾਰਾ ਹੱਥੜੀ ਪਿੱਟਣ ਦਿਆ ਕਿ ਮੈਨੂੰ ਵਿੱਚ ਛੱਡ ਕੇ ਘਮਸਾਨ ਦੇ ਤੇ ਸਾਈਡ ਤੇ ਹੋ ਗਏ ਨੇ। ਕੀ ਲੱਗਦਾ ਤੁਹਾਨੂੰ? ਅਜੇ ਤੇਲ ਵੇਖੋ, ਤੇਲ ਦੀ ਧਾਰ ਵੇਖੋ ਵਾਲਾ ਮਾਮਲਾ ਹੈ ਜਾਂ ਕਿਤੇ ਬਿਲਕੁਲ ਹੀ ਸਾਈਡ ਤੇ ਹੋ ਗਏ ਨੇ? ਦੇਖੋ ਜੀ ਵੀ ਇਹ ਮੌਕਾ ਹੀ ਤਾੜਿਆ ਲੱਗਦਾ ਹੈ, ਕਿਉਂਕਿ ਜਿਹੜੀਆਂ ਇਹ ਇਕਨੋਮਿਕ ਸੈਂਕਸ਼ਨਸ ਦੀ ਗੱਲ ਅਟੈਕ ਤੋਂ ਪਹਿਲਾਂ ਚੱਲਦੀ ਸੀ, ਅਟੈਕ ਤੋਂ ਬਾਅਦ ਹੋਈ ਆ, ਇਹਨਾਂ ਭਬਕੀਆਂ ਦੇ ਨਾਲ ਤੁਰੰਤ ਯੂਕਰੇਨ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਜੀ।
ਕਿਉਂਕਿ ਇਕਨੋਮਿਕ ਸੈਂਕਸ਼ਨਸ ਦੇ ਵਿੱਚ ਇਹ ਇੱਕ ਪਾਸੜ ਨਾ ਨੁਕਸਾਨ ਸਮਝਿਆ ਜਾਵੇ ਵੀ ਇਕੱਲਾ ਰਸ਼ੀਆ ਦਾ ਹੀ ਹੋਣਾ ਹੈ। ਇਹ ਜਿਹੜੇ ਸੈਂਕਸ਼ਨਸ ਲਗਾ ਰਹੇ ਆ ਅਕਸਰ ਜਿਹੜੀਆਂ ਉਹ ਟ੍ਰੇਡ ਪਹਿਲਾਂ ਹੋ ਰਿਹਾ ਸੀ ਉਹਦਾ ਬੈਨੀਫਿਟ ਦੋਨਾਂ ਧਿਰਾਂ ਨੂੰ ਸੀਗਾ ਜੀ। ਸੋ ਦੋਨਾਂ ਦੀਆਂ ਹੀ ਇਕਨੋਮੀਜ਼ ਤੇ ਅਸਰ ਪੈਣਾ ਆ ਜਿਹੜੇ ਇਹ ਸੈਂਕਸ਼ਨਸ ਲਗਾਉਣਗੇ। ਇੱਕ ਤਾਂ ਗੱਲ ਹੈਗੀ ਇਹ ਜੀ। ਦੂਸਰਾ ਇਹ ਆ ਜੀ ਕਿ ਇਸ ਵੇਲੇ ਰਸ਼ੀਆ ਨੂੰ ਦਿਸਦਾ ਚਾਈਨਾ ਉਹਦੇ ਕੋਲ ਬਦਲ ਹੈਗਾ ਤੇ ਜੀ ਇੱਧਰ ਨਹੀਂ ਤੇ ਉਧਰੋਂ ਉਹਨਾਂ ਨੂੰ ਆਸਰਾ ਮਤਲਬ ਕੋਆਪਰੇਸ਼ਨ ਫੁੱਲ ਮਿਲ ਰਿਹਾ। ਸੋ ਦੂਸਰਾ ਇਹ ਆ ਜੀ ਕਿ ਹੁਣ ਅਸੀਂ ਫੌਜ ਦਾ ਇਹ ਜੋ ਕਤਲੋ ਗਾਰਤ ਉੱਥੇ ਸ਼ੁਰੂ ਹੋ ਗਈ ਆ, ਦੂਸਰਾ ਦਿਨ ਸੀਗਾ ਅੱਜ 150 ਤੋਂ ਜ਼ਿਆਦਾ ਮੌਤਾਂ ਹੋਈਆਂ ਦੱਸਿਆ ਜਾ ਰਿਹਾ ਤੇ ਤਬਾਹੀਆਂ ਉੱਥੇ ਜੰਗ ਦੇ ਕਰਕੇ ਹੋ ਰਹੀਆਂ। 44 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਜੀ ਵੀ ਇਸ ਵੇਲੇ ਅਸਥਿਰ ਭਵਿੱਖ ਹੈ, ਭੱਜ ਨੱਠ ਪਈ ਹੋਈ ਹੈ। ਗੁਆਂਢੀ ਦੇਸ਼ਾਂ ਵੱਲ ਨੂੰ ਉਹ ਰਿਫਿਊਜੀ ਬਣਨ ਲਈ ਮਜਬੂਰ ਨੇ। ਭਾਰਤ ਦੇ ਜਿਹੜੇ ਉੱਥੇ ਲੋਕ ਫਸੇ ਹੋਏ ਆ ਉਹਨਾਂ ਦੀ ਵੱਖਰੀ ਸਿਚੁਏਸ਼ਨ ਆ ਵੀ ਉਹਨਾਂ ਨੂੰ ਨਾਲ ਦੇ ਦੇਸ਼ਾਂ ਵਿੱਚ ਰੋਮੇਨੀਆ 'ਚ ਹੋਰ ਉੱਧਰ ਲਿਜਾ ਕੇ ਕੱਢਣ ਦੀ ਕੋਸ਼ਿਸ਼ ਹੈ ਉੱਥੋਂ ਬਾਈ ਰੋਡ ਤੇ ਤਾਂ ਕਿ ਉੱਥੋਂ ਨਾਲ ਦੇ ਦੇਸ਼ ਵਿੱਚੋਂ ਪਲੇਨ ਦੇ ਰਾਹੀਂ ਇੰਡੀਆ ਉਹਨਾਂ ਨੂੰ ਪਹੁੰਚਾਇਆ ਜਾ ਸਕੇ। ਇਹ ਸਭ ਕੁਝ ਵੀ ਚੱਲ ਰਿਹਾ ਪਰ ਇਹਦੇ ਨਾਲ ਹੀ ਵੀ ਜਾਣੀ ਲੱਗ ਇਹ ਰਿਹਾ ਵੀ ਅਮਰੀਕਾ ਵੱਲੋਂ ਜਿਹੜਾ ਆਪਣਾ ਫੌਜੀ ਉੱਥੇ ਦਖਲ ਦੇਣ ਤੋਂ ਨਾ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਯੂਕਰੇਨ ਨੂੰ ਉਹਦੇ ਹਾਲ ਤੇ ਛੱਡ ਦਿੱਤਾ ਗਿਆ ਤੇ ਬਲੀ ਦੇ ਕਿਸੇ ਜਾਨਵਰ ਵਾਂਗੂ ਰੂਸ ਦੇ ਹਵਾਲੇ ਕਰ ਦਿੱਤਾ ਗਿਆ। ਕੱਟੇ ਵਾਂਗੂ ਕਹਿ ਲਓ ਜਾਂ ਬੱਕਰੇ ਵਾਂਗੂ। ਚਲੋ ਕੱਟੇ ਵਾਂਗੂ ਨਵੀਂ ਗੱਲ ਆ ਗਈ 2 ਹਫ਼ਤੇ ਪਹਿਲਾਂ ਜਦੋਂ ਉਹ ਕੱਟੇਦਾਨ ਕਰਨ ਲੱਗ ਪਏ ਭਾਈ ਸਾਹਿਬ। ਤੇ ਪਰ ਹੁਣ ਗੱਲ ਤਾਂ ਇਹ ਆ ਜੀ ਕਿ ਯੂਕਰੇਨ ਜਿਹੜਾ ਉਹਦਾ ਰੱਬ ਰੱਖਿਆ ਲੱਗਦਾ ਉੱਥੋਂ ਦੇ ਲੋਕਾਂ ਦਾ ਹਾਲ ਦੀ ਘੜੀ। ਕਿਉਂਕਿ ਤੁਸੀਂ ਜਿਹੜੀਆਂ ਇਹ ਸੈਂਕਸ਼ਨਸ ਲਗਾ ਰਹੇ ਹੋ ਇਹਨਾਂ ਦਾ ਅਸਰ ਤੇ ਚਲੋ ਜਦੋਂ ਦਿਸੇਗਾ ਉਦੋਂ ਦਿਸੇਗਾ ਪਰ ਲੋਕ ਤਾਂ ਹੁਣ ਮਰ ਰਹੇ ਆ ਜੀ ਉੱਥੇ, ਹਨਾ ਜੀ। ਤੋ ਇਹ ਹੁਣ ਨੈਟੋ ਦੇ ਵਿੱਚ ਆਉਣ ਦਾ ਦੋਸ਼ ਇਸ ਜੰਗ ਦੇ ਵਿੱਚ ਸ਼ਾਮਲ ਹੈ ਯੂਕਰੇਨ ਤੇ ਰਸ਼ੀਆ ਨੇ ਜੋ ਕਿਹਾ ਹੋਇਆ ਵੀ ਤੁਸੀਂ ਕਹਿ ਦਿਓ ਵੀ ਅਸੀਂ ਨੈਟੋ 'ਚ ਸ਼ਾਮਲ ਨਹੀਂ ਹੋਵਾਂਗੇ ਤੇ ਤੁਸੀਂ ਜਿਹੜਾ ਕ੍ਰਾਈਮੀਆ ਨੂੰ ਜਿਹੜਾ ਜੀ ਵੀ ਉਹ ਰੈਕੋਗਨਾਈਜ਼ ਕਰ ਦਿਓ ਵੀ ਇਹ ਸਾਡਾ ਹਿੱਸਾ ਆ। ਇੱਦਾਂ ਦੀਆਂ ਗੱਲਾਂ ਲੈ ਕੇ ਵੀ ਅਸੀਂ ਫਿਰ ਨਹੀਂ ਅਟੈਕ ਕਰਾਂਗੇ, ਇਹ ਗੱਲਾਂ ਪਹਿਲਾਂ ਚੱਲਦੀਆਂ ਸੀਗੀਆਂ। ਹੁਣ ਤੋਂ ਕਹਿ ਰਹੇ ਵੀ ਅਸੀਂ ਉੱਥੇ ਗਵਰਨਮੈਂਟ ਬਦਲਾਂਗੇ, ਹਨਾ ਗਵਰਨਮੈਂਟ ਆਪਣੇ ਹੱਕ ਦੀ ਲੈ ਕੇ ਆਵਾਂਗੇ। 2014 ਤੋਂ ਕਹਿੰਦੇ ਜਿਹੜੀ ਵੀ ਵੈਸਟ ਦੀ ਇਹ ਕਠਪੁਤਲੀ ਗਵਰਨਮੈਂਟ ਹੈ ਇਹ ਜਿਹੜੀ ਆ ਰਸ਼ੀਆ ਦੇ ਵੈਸਟ ਇੰਟਰਸਟ ਵਿੱਚ ਨਹੀਂ ਹੈ, ਉੱਥੇ ਗੁਆਂਢ ਮੁਲਕ ਦੇ ਵਿੱਚ ਉਹਨੂੰ ਕਹਿੰਦੇ ਜੀ ਵੀ ਅਸੀਂ ਬਦਲਾਂਗੇ। ਸੋ ਜੋ ਵੀ ਉੱਥੇ ਸਿਚੁਏਸ਼ਨ ਹੈਗੀ ਆ ਜੀ ਵੀ ਇਸ ਵੇਲੇ ਆਪਾਂ ਦੇਖ ਰਹੇ ਹਾਂ ਵੀ ਕੈਨੇਡਾ ਦੇ ਸਾਰੇ ਦੇਸ਼ਾਂ ਸ਼ਹਿਰਾਂ ਦੇ ਵਿੱਚ ਵੀ ਦੇਖ ਰਹੇ ਹਾਂ ਰੋਸ ਦਿਖਾਵੇ ਚੱਲ ਰਹੇ ਆ ਕਮਿਊਨਿਟੀ ਦੇ ਵੱਲੋਂ। ਉਹਨਾਂ ਦੇ ਕੋਈ ਇੱਥੇ ਨਾ ਜੀ 1.25 ਮਿਲੀਅਨ ਲੋਕ ਹੈਗੇ ਆ। ਹੁਣ ਸਾਡੇ ਦੇਸ਼ ਦੇ ਵਿੱਚ ਵੋਟ ਪੋਲਿਟਿਕਸ ਬਹੁਤ ਚੱਲਦੀ ਆ। ਮਾਈਨੋਰਿਟੀ ਕਮਿਊਨਿਟੀਜ਼ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਦੀਆਂ ਵੋਟਾਂ ਕੈਸ਼ ਕਰਨ ਲਈ ਜਿਹੜੀ ਗਵਰਨਮੈਂਟ ਆ ਉਸ ਤਰੀਕੇ ਦੀ ਬਿਆਨਬਾਜ਼ੀ ਜਾਂ ਸਟੈਪਸ ਲੈਂਦੇ ਰਹਿੰਦੇ ਨੇ, ਹਨਾ। ਸਾਡੇ ਜਿਹੜੇ ਹੁਣ ਚਲੋ ਕੋਈ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਉਹ ਖੁਦ ਯੂਕਰੇਨ ਮੂਲ ਦੇ ਹੈਗੇ ਆ। ਕੱਲ ਉਹ ਯੂਕਰੇਨ ਦੀ ਭਾਸ਼ਾ ਬੋਲ ਕੇ ਜਾਣੀ ਕਿ ਲੋਕਾਂ ਨੂੰ ਥੋੜਾ ਜਿਹਾ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਜੋ ਇਸ ਵੇਲੇ ਉੱਥੇ ਸਿਚੁਏਸ਼ਨ ਹੈਗੀ ਆ ਉਹ ਸਾਰੀ ਹਮਦਰਦੀ ਲਹਿਰ ਤਾਂ ਸਭ ਕੁਝ ਠੀਕ ਆ ਪਰ ਇਹਦੇ ਨਾਲ ਜਿਹੜੀਆਂ ਇਸ ਵੇਲੇ ਜੋ ਉੱਥੇ ਅਟੈਕ ਹੋਇਆ ਇਹਦੇ ਵਿੱਚ ਤੁਰੰਤ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਸੋ ਇਕਨੋਮਿਕ ਸੈਂਕਸ਼ਨਸ ਕਦੋਂ ਕੰਮ ਕਰਨੀਆਂ ਇਹ ਗੱਲ ਵੱਖਰੀ ਹੈ। ਹਾਲ ਦੀ ਘੜੀ ਦੇਖਣ ਕਿ ਜਿਹੜਾ ਜੀ ਯੂਕਰੇਨ ਨਾਲ ਲੱਗ ਰਿਹਾ ਬਿਲਕੁਲ ਇਹ ਇੱਕ ਬਘਿਆੜ ਦੇ ਕਹਿ ਲਓ ਮੂੰਹ ਦੇ ਵਿੱਚ ਜਿਹੜਾ ਲੇਲਾ ਆ ਉਹ ਉਸ ਤਰੀਕੇ ਨਾਲ ਨਜ਼ਰ ਆ ਰਿਹਾ ਤੇ ਵੈਸਟ ਆ ਜਿਹੜਾ ਜੀ ਸੈਂਕਸ਼ਨਸ ਲਗਾ ਕੇ ਤੇ ਆਪੋ ਆਪਣੇ ਕਹਿ ਲਓ ਕਿ ਹੁਣ ਘਰਾਂ ਨੂੰ ਵਾਪਸ ਚਲੇ ਗਏ ਲੱਗਦੇ ਆ। ਜੌਲ ਸਾਹਿਬ ਇਸ ਮੁੱਦੇ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਰੂਸ ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਉਹ ਬਹੁਤ ਗੂੜੇ ਨੇ, ਸਾਂਝੇ ਨੇ। ਦੁਨੀਆ ਦੀ ਨਿਗਾਹ ਲੱਗੀ ਹੈ ਕਿ ਨਰਿੰਦਰ ਮੋਦੀ ਸਾਹਿਬ ਭਾਰਤੀ ਪ੍ਰਧਾਨ ਮੰਤਰੀ ਉਹ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਉਹਨਾਂ ਨੇ ਕੀਤੀ ਵੀ ਹੈ। ਕੱਲ੍ਹ 25 ਮਿੰਟ ਗੱਲਬਾਤ ਦੀ ਚਰਚਾ ਵੀ ਚੱਲੀ ਹੈ। ਉਹਨਾਂ ਨੇ ਕਿਹਾ ਵੀ ਹੈ ਵੀ ਜੇ ਰੋਕ ਸਕਦਾ ਹਮਲਾ ਤੇ ਰੋਕ ਦਿੱਤਾ ਜਾਣਾ ਚਾਹੀਦਾ। ਅੱਗੋਂ ਜਵਾਬ ਜੋ ਆਇਆ ਆਪਾਂ ਸੁਣਿਆ ਬੀਤੀ ਰਾਤ ਅਸੀਂ ਗੱਲ ਕੀਤੀ ਹੈ। ਪਰ ਇਸ ਮੌਕੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਿਹੜੀ ਉੱਥੇ ਫੇਰੀ ਭਾਵਾਂ ਕਿ ਪਹਿਲਾਂ ਤਾਂ ਆਇਆ ਸੀ ਚਲੋ ਅਟੈਕ ਆ ਗਿਆ ਇਨ ਬੀਟਵੀਨ ਪਰ ਉੱਥੇ ਵਲਾਦੀਮੀਰ ਪੁਤਿਨ ਦੇ ਸਾਹਮਣੇ ਇੱਕ ਵਾਰੀ ਫਿਰ ਤੋਂ ਕਸ਼ਮੀਰ ਦਾ ਰਾਗ ਲਾਪਿਆ ਹੈ ਇਮਰਾਨ ਖਾਨ ਨੇ। ਤੁਸੀਂ ਕੀ ਸਮਝਦੇ ਹੋ ਕਿਉਂਕਿ ਚਾਈਨਾ ਵੇਖੋ ਚਾਈਨਾ ਵੀ ਜਿਹੜਾ ਵਾ ਉਹ ਰੂਸ ਦੇ ਹੱਕ ਦੇ ਵਿੱਚ ਥੋੜ੍ਹਾ ਜਿਹਾ ਦਿਖਾਈ ਦਿੱਤਾ, ਉਹ ਵੀ ਉਹਦੀ ਪਿੱਛ 'ਤੇ ਆ ਗਿਆ ਕਿਉਂਕਿ ਅਮਰੀਕਾ ਨੂੰ ਉਹ ਵੀ ਲਾਈਕ ਨਹੀਂ ਕਰਦਾ। ਦੂਜੇ ਪਾਸੇ ਜੇਕਰ ਵੇਖੀਏ ਤੇ ਭਾਰਤ ਦੇ ਸੰਬੰਧ ਰੂਸ ਨਾਲ ਬਹੁਤ ਵਧੀਆ ਪਰ ਇਸ ਮੌਕੇ 'ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦਾ ਜਾ ਕੇ ਇਹ ਰਾਗ ਲਾਪਣਾ ਹਾਂਜੀ ਕੀ ਕਹਿਣਾ ਚਾਹੁੰਦੇ? ਅੱਜ ਕੁਝ ਵੀ ਕਸ਼ਮੀਰ ਦੀਆਂ ਤੇ ਇਹ ਕਵੇਲੇ ਦੀਆਂ ਟੱਕਰਾਂ ਉੱਥੇ ਜਾ ਕੇ ਮਾਰ ਰਹੇ ਆ। ਕਸ਼ਮੀਰ ਕੋਈ ਨਵਾਂ ਇਸ਼ੂ ਨੀਗਾ ਤੇ ਰਸ਼ੀਆ ਇਹ ਨੀਗਾ ਵੀ ਉਹਨਾਂ ਨੂੰ ਦੱਸਣ ਦੀ ਲੋੜ ਹੈ, ਸਭ ਕੁਝ ਉਹਨਾਂ ਨੂੰ ਪਤਾ ਹੈ। ਸੋ ਰਸ਼ੀਆ ਦੇ ਸੰਬੰਧ ਭਾਰਤ ਦੇ ਨਾਲ ਬੜੇ ਜਿਹੜੇ ਜੀ ਗਰਮਜੋਸ਼ੀ ਵਾਲੇ ਬੀਤੇ ਸਮੇਂ ਦੇ ਵਿੱਚ ਰਹੇ ਹੈ। ਇਸੇ ਕਰਕੇ ਇਸ ਵੇਲੇ ਵੀ ਆਪਾਂ ਦੇਖ ਰਹੇ ਹਾਂ ਜਿੱਦਾਂ ਤੁਸੀਂ ਕਿਹਾ ਨਾ ਜੀ ਵੀ
ਜੇ ਰੁਕ ਸਕਦਾ ਤੇ ਇਹ ਗੱਲ ਕਰਨ ਦੀ ਇਸ ਵੇਲੇ ਲੋੜ ਨਹੀਂ। ਜੇ ਰੁਕ ਸਕਦਾ ਜੇ ਅਸੀਂ ਕਹਿੰਦੇ ਹਾਂ ਤੇ ਮਤਲਬ ਅਸੀਂ ਤਰਬਕ ਕੇ ਗੱਲ ਕਰ ਰਹੇ ਹਾਂ, ਅਸੀਂ ਡਰ ਕੇ ਗੱਲ ਕਰ ਰਹੇ ਹਾਂ ਵੀ ਸਾਡੇ ਸੰਬੰਧ ਇਹਨਾਂ ਨਾਲ ਵਿਗੜ ਨਾ ਜਾਣ। ਜੇ ਰੁਕ ਸਕਦਾ ਨਹੀਂ, ਰੋਕਣਾ ਚਾਹੀਦਾ। ਇਹ ਕਹਿਣਾ ਇਸ ਵੇਲੇ ਜ਼ਰੂਰੀ ਹੈ ਵੀ ਇਹ ਹਮਲਾ ਰੋਕੋ, ਜਾਨਾਂ ਦਾ ਨੁਕਸਾਨ ਹੋ ਰਿਹਾ। ਇੱਕ ਸੋਵਰਨ ਕੰਟਰੀ ਹੈ, ਪ੍ਰਭੂਸੱਤ ਦੇਸ਼ ਹੈ, ਤੁਸੀਂ ਉਹਦੇ ਤੇ ਅਟੈਕ ਕਰ ਰਹੇ ਹੋ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਕੀ ਗੱਲ ਬਾਕੀ ਦੇ ਸਾਰੇ ਹਰਬੇ ਖਤਮ ਹੋ ਗਏ ਆ? ਜਿਹੜੀ ਦੀ ਗੱਲ ਸੀਗੀ ਇੱਕ ਨੂੰ ਮਤਲਬ ਮਾੜਾ ਦੇਖ ਕੇ ਉਹ ਤੇ ਅਟੈਕ ਕਰ ਦਿੱਤਾ ਨਾ। ਸੋ ਇਸ ਕਰਕੇ ਇਸ ਵੇਲੇ ਸਟੈਂਡ ਲੈਣ ਦੀ ਲੋੜ ਸੀ। ਜੇ ਰੁਕ ਸਕਦਾ ਨਹੀਂ ਤੇ ਰੋਕੋ, ਇਹ ਕਹਿਣਾ ਜ਼ਰੂਰੀ ਬਣਦਾ ਸੀਗਾ। ਕਹਿਣਾ ਜ਼ਰੂਰੀ ਬਣਦਾ ਸੀ, ਚਲੋ ਰੁਕਣਾ ਤੇ ਉਹਨਾਂ ਨੇ ਹੈ ਨਹੀਂ, ਪਰ ਕਹਿਣ ਦਾ ਮਤਲਬ ਇਹ ਹੈ ਜੀ ਵੀ ਅਸੀਂ ਦੋਨੋਂ ਸਾਈਡ ਜਿਹੜੀਆਂ ਦੋ ਬੇੜੀਆਂ ਦੇ ਵਿੱਚ ਪੈਰ ਆਪਾਂ ਰੱਖੇ ਹੋਏ ਨੇ ਲੰਬੇ ਸਮੇਂ ਤੋਂ, ਸਾਡੇ ਮੁਲਕ ਦੀ ਉੱਥੇ ਹਿਸਟਰੀ ਹੈ, ਤੇ ਉਹ ਅਸੀਂ ਦੋ ਬੇੜੀਆਂ ਦੇ ਵਿੱਚ ਕਿਤੇ ਨਾ ਕਿਤੇ ਰਹਿਣਾ ਚਾਹੁੰਦੇ ਹਾਂ। ਤੇ ਇਹ ਇਮਰਾਨ ਖਾਨ ਸਾਹਿਬ ਜਿਹੜੀਆਂ ਕੁਵੇਲੇ ਦੀਆਂ ਟੱਕਰਾਂ ਮਾਰ ਕੇ ਆਏ ਨੇ, ਇਹਦਾ ਕੋਈ ਸਿੱਟਾ ਨਹੀਂ ਨਿਕਲ ਸਕਦਾ। ਉਸ ਵੇਲੇ ਜਿਹੜਾ ਉਹਨਾਂ ਦਾ ਮਾਈਂਡ ਸੈੱਟ ਤੇ ਉਧਰ ਬਿਜ਼ੀ ਆਪਣੇ ਕੰਮ ਲੱਗੇ ਹੋਏ ਆ ਵੀ ਉਹ ਜੰਗ ਦਾ ਮੁਕਾਬਲਾ ਕਰ ਰਹੇ ਆ ਜਾਂ ਜੰਗ ਕਰ ਰਹੇ ਆ, ਤੇ ਅਸੀਂ ਕੋਈ ਹੋਰ ਹੀ ਵਿੱਚ ਜਾ ਕੇ ਆ ਚਿੰਗਣੀ ਛੇੜਨ ਵਾਲੀ ਗੱਲ ਕਰੀਏ ਤੇ ਇਹਨੂੰ ਸੁਣੂਗਾ ਕੌਣ? ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਇੱਕ ਕੱਲ ਫੋਨ ਆਇਆ ਸੀਗਾ ਕਿ ਤੁਸੀਂ ਬੜੀ ਵਧੀਆ ਗੱਲ ਕਰਦੇ ਹੋ, ਕੋਈ ਗੱਲ ਕਰਦਾ ਹੀ ਨਹੀਂ ਇੰਡੀਅਨ ਕੌਂਸੂਲੇਟ ਆਫਿਸ ਦੇ ਬਾਰੇ ਜਾਂ BSL ਦੇ ਬਾਰੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਇੰਡੀਅਨ ਕੌਂਸੂਲੇਟ ਆਫਿਸਰਾਂ ਨੂੰ ਕਿ ਉੱਥੇ ਕੀ ਹੋ ਰਿਹਾ। ਇੱਕ ਵੈਲਿਡ ਗੱਲ ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲਾਂ ਕਰਨ ਦੇ ਵਿੱਚ ਵਿਸ਼ਵਾਸ ਜ਼ਿਆਦਾ ਰੱਖਦੇ ਹਾਂ, ਪ੍ਰੈਕਟੀਕਲੀ ਅਸੀਂ ਈਮੇਲ ਨਹੀਂ ਕਰਨੀ ਵੀ ਸਾਨੂੰ ਪਤਾ ਨਹੀਂ ਕਿ ਇਹਦਾ ਇਹ ਚੀਜ਼ ਦਾ ਕੀ ਡਰ ਹੈ, ਹੈ ਨਾ। ਅਤੇ ਜੇ ਤੁਸੀਂ ਉਹਨਾਂ ਨੂੰ ਈਮੇਲ ਭੇਜੋਗੇ, ਉਹਨਾਂ ਨੂੰ ਸੁਨੇਹਾ ਦਿਓਗੇ, ਫਿਰ ਹੀ ਉਹਨਾਂ ਨੂੰ ਪਤਾ ਲੱਗੂਗਾ ਨਾ। ਬੱਚਾ ਰੋਵੇ ਨਾ, ਮਾਂ ਵੀ ਦੁੱਧ ਨਹੀਂ ਦਿੰਦੀ। ਪਾਸਪੋਰਟ ਵਾਲਾ ਮਸਲਾ ਸੀ, ਅਸੀਂ ਰਾਈਟ ਵੇ ਤੁਹਾਡਾ ਕੈਂਸਲੇਸ਼ਨ ਵਾਲਾ ਜਦੋਂ 28 ਵਾਜ ਉਹਨਾਂ ਨੇ ਈਮੇਲ ਕਰ ਦਿੱਤੀ। ਹੁਣ ਇਹ ਹੈ ਕਿ ਕੀ ਇੱਕ ਪਰਿਵਾਰ ਦਾ ਫੋਨ ਆਇਆ ਸੀ ਵੀ ਇੱਕ ਪਰਿਵਾਰ 'ਚ ਘਰ 'ਚ 4 ਜੀ ਉਹਦੇ ਨਾਲ ਆਪਣੀ ਗੱਲ ਸੁਣ ਰਹੇ ਸੀ ਕਿ ਇੱਕ ਕੋਰੀਅਰ 4 ਜੀ ਭੇਜ ਸਕਦੇ ਜਾਂ ਇੰਡੀਵਿਜੂਅਲ ਤੌਰ 'ਤੇ ਪਰਿਵਾਰ ਨੂੰ 4 ਪਾਸਪੋਰਟ ਵੱਖੋ ਵੱਖਰੇ ਭੇਜਣੇ ਨੇ, ਕਿਉਂਕਿ 30 ਜਾਣ 30 ਆਉਣ 60 ਲੱਗ ਗਏ। ਤੇ ਜੇ ਇੱਕ ਭੇਜ ਦਿੱਤਾ ਜਾਂਦਾ, ਪਰਿਵਾਰ ਦੇ ਮੈਂਬਰ 4 ਨੇ, ਇੱਕ ਕੋਰੀਅਰ ਭੇਜ ਸਕਦੇ ਜਾਂ ਵੱਖੋ ਵੱਖਰੇ ਭੇਜਣੇ? ਪੁੱਛਿਓ ਕਹਿੰਦੇ ਜੌਲ ਸਾਹਿਬ ਨੂੰ। ਮੈਂ ਕਿਹਾ ਵੀ ਉਹ ਕਿਹੜਾ ਉੱਥੇ ਕੰਮ ਕਰਦੇ, ਪਰ ਫਿਰ ਵੀ ਮੈਂ ਔਨ 에ਅਰ ਪੁੱਛ ਲਊਂਗਾ ਤੁਹਾਡਾ ਜਵਾਬ। ਦੇਖੋ, ਜਿਹੜੀਆਂ ਐਪਲੀਕੇਸ਼ਨਸ ਆ ਨਾ ਵੀ ਉਹ ਇੰਡੀਵਿਜੂਅਲ ਬੇਸ ਤੇ ਟ੍ਰੀਟ ਹੁੰਦੀਆਂ, ਨਾ ਕਿ ਉਹ ਫੈਮਿਲੀ ਬੇਸ ਤੇ ਟ੍ਰੀਟ ਹੁੰਦੀਆਂ। ਸੋ ਐਪਲੀਕੇਸ਼ਨ ਕੋਈ ਜਦੋਂ ਸਬਮਿਟ ਕਰਦੇ ਨੇ ਤੇ ਉਹ ਜਦੋਂ ਫੋਰਵਰਡ ਹੋਣੀ ਆ, ਉੱਥੇ ਪ੍ਰੋਸੈਸ ਹੋਣੀ ਆ ਤੇ ਇੰਡੀਵਿਜੂਅਲੀ ਐਪਲੀਕੇਸ਼ਨ ਪ੍ਰੋਸੈਸ ਹੋਣੀ ਆ। ਸੋ ਜਿਸ ਕਰਕੇ ਬਹੁਤ ਸਾਰੇ ਪਰਿਵਾਰਕ ਜਿਹੜੇ ਜੀ ਆ ਉਹਨਾਂ ਦੇ ਅੱਗੜ ਪਿੱਛੜ ਵੀ ਪਾਸਪੋਰਟ ਮਿਲਦੇ ਆ, ਹਨਾ। ਸੋ ਲੱਗ ਇਹ ਰਿਹਾ ਵੀ ਕੋਰੀਅਰ ਦੀ ਗੱਲ ਵੈਸੇ ਇੱਕ ਪਾਸੇ ਛੱਡ ਦੇਣੀ ਚਾਹੀਦੀ ਆ ਵੀ ਤੁਸੀਂ ਸਾਰੇ ਪਾਸਪੋਰਟ ਇਕੱਠੇ ਕਲੈਕਟ ਕਰ ਸਕਦੇ ਹੋ, ਉਹਦੇ ਨਾਲ ਤੁਹਾਡੇ ਸੈਂਕੜੇ ਡਾਲਰ ਬਚ ਸਕਦੇ ਆ। ਬਿਲਕੁਲ। ਕਿਉਂਕਿ BLS ਸਟਾਫ ਸਾਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ ਵੀ ਕਿਤੇ ਨਾ ਕਿਤੇ ਦਿਲ 'ਚ ਬੇਈਮਾਨੀ ਹੈਗੀ ਆ, ਉਹ ਇਨਫੋਰਮੇਸ਼ਨ ਭੈਣ ਭਰਾਵਾਂ ਨੂੰ ਪ੍ਰੋਪਰ ਨਹੀਂ ਦੇ ਰਹੇ। ਕੌਂਸੂਲੇਟ ਜਨਰਲ ਨੇ ਕਿਹਾ ਹੋਇਆ ਕਿ ਇਹ ਆਪਸ਼ਨ ਅਵੇਲੇਬਲ ਆ ਲੋਕਾਂ ਕੋਲ ਵੀ ਕੋਰੀਅਰ ਕਰਾਉਣਾ ਜ਼ਰੂਰੀ ਨਹੀਂ ਆ, ਪਰ ਲੋਕ ਜਦੋਂ ਉੱਥੇ ਜਾ ਕੇ ਕਹਿੰਦੇ ਨਹੀਂ ਵੀ ਅਸੀਂ ਪਿਕ ਕਰਾਂਗੇ, ਤੇ ਉਹ ਚੁੱਪ ਕਰਕੇ ਦਬੜੋਂ ਕੋ ਸੁੜੋ, ਉਹਨਾਂ ਕੋਲ ਪੈਸੇ ਕੈਸ਼ ਕਰਕੇ ਤੇ ਕੋਰੀਅਰ ਦੇ ਖਾਤੇ ਵਿੱਚ ਪਾਏ ਜਾ ਰਹੇ ਆ। ਸੋ ਤਦ ਕਰਕੇ ਇਹ ਆ ਕਿ ਜੇ ਤੁਸੀਂ ਉੱਥੇ ਜਾ ਕੇ ਸਟੈਂਡ ਲੈ ਲਓ ਵੀ ਆਹ ਪਈ ਸਾਡੇ ਪਰਿਵਾਰ ਦੀ ਐਪਲੀਕੇਸ਼ਨ, ਇਹ ਅਸੀਂ ਪਾਸਪੋਰਟ ਇੱਥੋਂ ਇਕੱਠੇ ਕਲੈਕਟ ਕਰਾਂਗੇ, ਕੋਰੀਅਰ ਨਾ ਕਰਿਓ। ਉਹਨਾਂ ਨੂੰ ਏਦਾਂ ਕਰਨਾ ਪੈਣਾ, ਪਰ ਕਿਉਂਕਿ ਕੋਰੀਅਰ ਦੇ ਵਿੱਚ ਦਬੜੋਂ ਕੋ ਸੁੜੋ, ਉਹਨਾਂ ਨੂੰ 4 ਪੈਸੇ ਬਚਦੇ ਆ ਤੇ ਉਹ ਮਤਲਬ ਤੁਹਾਡੇ ਕੋਲ ਲੈ ਜਾ ਰਹੇ ਆ। ਉਸ ਲਿਹਾਜ਼ ਨਾਲ ਭੈਣ ਭਰਾ ਐਜੂਕੇਟਡ ਵੀ ਹੋਣ, ਪਰ ਏਦਾਂ ਵੀ ਲੱਗਦਾ ਹੁੰਦਾ ਚੱਲਦਾ ਜਿੱਦਾਂ ਤੁਸੀਂ ਕਹਿੰਦੇ ਹੋ ਨਾ, ਤੇ ਵਿਕਟਮ ਤਾਂ ਕੋਈ ਇਹ ਹੋਣ ਤੇ ਉਹਨਾਂ ਨੂੰ ਲੱਗਦਾ ਵੀ ਸਾਡਾ ਬਚਾਅ ਕੋਈ ਤੀਜਾ ਬੰਦਾ ਵਿੱਚੋਂ ਆ ਕੇ ਕਰੇ, ਅਸੀਂ ਨਾ ਬੋਲੀਏ। ਬਿਲਕੁਲ ਬਿਲਕੁਲ, ਹਾਂ ਗੱਲ ਤੁਹਾਡੀ ਸਹਿਮਤ ਹਾਂ। ਹੁਣ ਏਦਾਂ ਕੱਲ ਕੋਈ ਦਿੱਲੀ ਤੋਂ ਚੜ੍ਹਨ ਕਿਸੇ ਬਜ਼ੁਰਗਾਂ ਨੇ ਤੇ ਉਹਨਾਂ ਦਾ ਉੱਥੇ ਓਵਰਸਟੇ ਹੋਏ ਵੀਜ਼ਾ ਉੱਥੇ ਜਾਣੀ ਖਤਮ ਹੋਇਆ ਸੀਗਾ, ਤੇ ਨੈਚੁਰਲੀ ਆ ਕਿ ਜਿਹੜਾ ਇਮੀਗ੍ਰੇਸ਼ਨ ਆਫਿਸਰ ਬੈਠਾ ਉਹਦੀ ਕੋਈ ਡਿਊਟੀ ਆ, ਉਹਨੇ ਰੋਕਣਾ ਹੀ ਹੈ। ਰੋਕਣਾ ਬਿਲਕੁਲ, ਸਾਡੀ ਡਿਊਟੀ ਆ ਪਹਿਲਾਂ ਚੈੱਕ ਕਰੀਏ ਅਸੀਂ, ਉਹਨੂੰ ਰੋਕ ਲਿਆ। ਅੱਛਾ, ਉਹ ਹੁਣ ਵਾਪਸ ਚਲੇ ਗਏ, ਮੁੜ ਕੇ ਹੁਣ ਆਪਾਂ ਇੱਥੇ ਬਰੈਂਪਟਨ 'ਚ ਆਵਾਜ਼ ਉਠਾ ਰਹੇ ਹਾਂ ਵੀ ਉੱਥੇ ਦਿੱਲੀ ਏਅਰਪੋਰਟ ਤੇ ਉਹ ਬਜ਼ੁਰਗਾਂ ਨੂੰ ਮਤਲਬ ਹੁਣ ਬਜ਼ੁਰਗ ਜਦੋਂ ਓਵਰਸਟੇਟ ਨੇ। ਹੁਣ ਤੁਸੀਂ ਮੈਨੂੰ ਦੱਸੋ, ਕਦੋਂ ਤੋਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਾਂ ਕੋਵਿਡ ਦੇ ਸਮੇਂ ਤੋਂ ਦੱਸ ਰਹੇ ਹਾਂ ਵੀ ਤੁਹਾਡਾ ਜਿਹੜਾ ਵੀਜ਼ਾ ਇੰਨੀ ਤਰੀਕ ਤੱਕ ਜੇ ਤੁਸੀਂ ਐਕਸਪਾਇਰ ਵੀ ਹੋ ਜਾਓਗੇ ਤੇ ਉਹ ਵੈਲਿਡ ਮੰਨਿਆ ਜਾਊਗਾ, ਜਿਹੜਾ ਕਿ ਪਿਛਲੇ ਸਾਲ ਤੱਕ ਸੀਗਾ। ਉਸ ਤੋਂ ਬਾਅਦ ਤੁਸੀਂ ਵੀਜ਼ਾ ਐਕਸਟੈਂਡ ਆਪਣਾ ਜੇ ਕਰਾਉਣਾ ਪਵੇ ਤੇ ਅੰਮ੍ਰਿਤਸਰ 'ਚ ਦਫ਼ਤਰ ਹੈਗਾ, ਚੰਡੀਗੜ੍ਹ ਦਫ਼ਤਰ ਹੈਗਾ, ਦਿੱਲੀ ਦਫ਼ਤਰ ਹੈਗਾ, ਸਾਰੇ ਭਾਰਤ 'ਚ ਹੈਗੇ ਨੇ। FRRO ਇਹੀ ਦਫ਼ਤਰ ਦਿੱਲੀ ਏਅਰਪੋਰਟ ਤੇ ਵੀ ਹੈਗਾ ਜੇ ਇਹੋ ਜਿਹਾ ਕੋਈ ਇਸ਼ੂ ਉੱਠ ਜਾਵੇ। ਪਰ ਜੇ ਉੱਥੇ ਆਪਾਂ ਹੁਣ ਮਤਲਬ ਥੋੜਾ ਜਿਹਾ ਉਹਨਾਂ ਨਾਲ ਨਹੀਂ ਉਸ ਤਰੀਕੇ ਦੇ ਨਾਲ ਪ੍ਰੋਫੈਸ਼ਨਲੀ ਪੇਸ਼ ਆਵਾਂਗੇ ਤੇ ਉਹ ਤੇ ਫਿਰ ਖਰਾਬ ਕਰਨ ਨੂੰ ਅੱਗੇ ਤੋਂ ਤਿਆਰ ਹੀ ਬੈਠੇ ਆ ਨਾ। ਬਿਲਕੁਲ ਬਿਲਕੁਲ ਬਿਲਕੁਲ, ਨਾਲੇ ਉਹਨਾਂ ਦੀ ਡਿਊਟੀ ਹੈ, ਲੰਘਣ ਕਿੱਦਾਂ ਦੇਣਗੇ ਉਹਨਾਂ ਨੂੰ, ਆਪਣੀ ਜੌਬ ਦਾ ਵਾ, ਆਪਣੀ ਜੌਬ ਵੀ ਦੇਖਣੀ ਉਹਨਾਂ ਨੇ। ਇੱਥੇ ਤੇ ਤੁਸੀਂ ਬਿਲਕੁਲ ਵੈਲਿਡ ਆ ਜੀ ਆਫਿਸਰ ਜਿਹੜਾ ਵੀ ਹੈਗਾ, ਜੇ ਸਾਡੀ ਆਪਣਾ ਕਸੂਰ ਆ। ਸੈਕਿੰਡ ਜਿਹੜਾ ਅਸੀਂ ਵੇਖੀਏ ਕਿ ਜਿਹੜੇ ਬਜ਼ੁਰਗ ਨੇ, ਬਜ਼ੁਰਗ ਚਲੋ ਹੋਏ,
ਤੇ ਜੇ ਬਜ਼ੁਰਗਾਂ ਦੀ ਜਾਇਦਾਦ ਦੇ ਉੱਤੇ ਤੇ ਸਾਡਾ ਹੱਕ ਆ, ਉਹ ਨਿਗਰਾਨੀ ਪੂਰੀ। ਬਾਪੂ ਆਹ ਕਰਕੇ ਆਏ, ਬਾਪੂ ਉਹ ਕਰਕੇ ਆਈ, ਬੇਬੇ ਆਹ ਵੇਖ ਲਈ, ਬੇਬੇ ਉਹ ਕਰ ਲਈ, ਬੇਬੇ ਬਾਪੂ ਦੀ ਇੱਥੇ ਪੈਨਸ਼ਨ ਜੇ ਅਕਾਊਂਟ 'ਚ ਮਗਰੋਂ ਆਈ ਹੁੰਦੀ ਹੈ ਤੇ ਪਹਿਲਾਂ ਹੜੱਪੀ ਹੁੰਦੀ ਆ, ਉਹ ਕੰਮ ਸਾਨੂੰ ਆਉਂਦੇ। ਤੇ ਬੇਬੇ ਬਾਪੂ ਦੇ ਪਾਸਪੋਰਟ PR ਦਾ ਨਹੀਂ ਸਾਨੂੰ ਪਤਾ ਵੀ ਐਕਸਪਾਇਰ ਕਦੋਂ ਹੋ ਰਿਹਾ। ਸੌਰੀ, ਕਿਉਂਕਿ ਅਸੀਂ ਨਹੀਂ, ਉਹਨਾਂ ਨੇ ਮਾਈਂਡ ਸੋਚਿਆ ਵੀ ਵੈਲਿਡ ਹੀ ਹੋਣਾ, ਪਰ ਹੁਣ ਉਹ ਤਰੀਕਾ ਤਾਂ ਆਪਾਂ ਸਭ ਕੁਝ ਨਹੀਂ, ਇਹਨਾਂ ਦੀ ਨਹੀਂ, ਇੰਡੀਵਿਜੂਅਲ ਪਰਿਵਾਰ ਦੀ ਨਹੀਂ ਮੈਂ ਗੱਲ ਕਰ ਰਿਹਾ। ਬਹੁਤ ਸਾਰੇ ਹੁੰਦੇ ਫੋਨ, ਬਹੁਤ ਸਾਰੇ ਖੱਜਲ ਖੁਆਰ ਹੁੰਦੇ ਨੇ। ਪਰ ਦੇਖੋ ਭੈਣ ਭਰਾ ਇਹੋ ਜਿਹੇ ਹੈਗੇ ਅੱਜ ਵੀ ਸਮੇਂ ਦੇ ਵਿੱਚ, ਜਦੋਂ ਉਹਨਾਂ ਤੇ ਬੀਤਦੀ ਆ ਨਾ, ਫਿਰ ਉਹਨਾਂ ਦੀ ਗੱਲ ਤੋਂ ਪਤਾ ਲੱਗਦਾ ਵੀ ਰੇਡੀਓ ਕਦੀ ਸੁਣਿਆ ਹੀ ਨਹੀਂ ਇਹਨਾਂ ਨੇ ਜੀ। ਚਲੋ ਆਪਾਂ ਕੱਲ ਲੈ ਲਈ ਇੱਕ, ਫਿਰ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਲੈਣੀ ਹੈ। ਹੈਲੋ ਸਤਿ ਸ਼੍ਰੀ ਅਕਾਲ ਚਾਵਲਾ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਜੌਲ ਸਾਹਿਬ। ਸਤਿ ਸ਼੍ਰੀ ਅਕਾਲ ਚਾਵਲਾ ਜੌਲ ਸਾਹਿਬ, ਮੈਂ ਤਾਂ ਕੰਪਲੇਂਟ ਵੀ ਕਰ ਲਈ ਜੀ ਵੀ ਮੈਂ ਕੋਰੀਆ ਨਹੀਂ ਮੰਗਾਉਣਾ, ਮੈਂ ਇੱਥੋਂ ਪਿਕ ਕਰੂੰਗਾ। ਉਹਨਾਂ ਨੇ ਮੇਰਾ ਜੀ ਜਦੇ ਕੈਲਕੂਲੇਟ ਕਰ ਦਿੱਤਾ ਵੀ ਤੈਨੂੰ ਇੰਨੀ ਦੂਰ ਤੂੰ ਬਾਰਡਰ ਵਿੱਚ ਰਹਿਣਾ, ਤੈਨੂੰ ਇੰਨਾ ਦੂਰ ਪੈਣਾ, ਤੈਨੂੰ ਇੰਨਾ ਮੈਂ ਕਿਹਾ ਮੈਨੂੰ ਬਹੁ ਤੁਹਾਡੀ ਕਿਆ ਤਕਲੀਫ ਹੈ। ਮੈਂ ਕੌਂਸਲ ਅਫਸਰ ਦਾ ਜਾ ਕੇ ਇੱਥੇ ਤੋਂ ਫੋਨ ਤੇ ਉਹਨਾਂ ਨੇ ਮੇਰੀ ਕੰਪਲੇਂਟ ਲਿਖੀ, ਉਹਨਾਂ ਨੇ ਨਾਂ ਲਿਖਿਆ ਵੀ ਉਹ ਕੁੜੀ ਦਾ ਨਾਂ ਕਿਆ ਹੈ ਜਿਹਨੇ ਮੇਰੇ ਤੇ ਪੇਪਰ ਹੈਂਡਲ ਕਰੇ। ਉਹਦਾ ਮੈਨੂੰ ਚਾਵਲਾ ਸਾਹਿਬ ਰਿਜ਼ਲਟ ਇਹ ਮਿਲਿਆ, ਦੁਬਾਰਾ 5 ਦਿਨ ਬਾਅਦ ਸੇਮ ਕੁੜੀ ਦਾ ਮੈਨੂੰ ਫੋਨ ਆ ਗਿਆ, ਤੁਸੀਂ 2 ਪੇਪਰ ਨਹੀਂ ਸਾਨੂੰ ਦੇ ਕੇ ਗਏ। ਮੈਂ ਕਿਹਾ ਵੀ ਮੈਂ ਦੇ ਕੇ ਗਿਆ, ਕਹਿੰਦੀ ਨਹੀਂ ਦੇ ਕੇ ਨਹੀਂ ਗਏ, ਤੁਸੀਂ ਮੈਨੂੰ ਆਉਣਾ ਆ ਜਾਓ, ਕਹਿੰਦੀ ਨਹੀਂ ਥੋੜੀ ਕੈਂਸਲ ਹੈ। ਮੈਂ ਉੱਥੇ ਗਿਆ, ਫਾਈਲ ਕਢਾਈ, ਫਾਈਲ ਦੇ ਵਿੱਚ ਪਏ। ਮੈਂ ਕਿਹਾ ਜੀ ਬੇਟਾ ਵਿੱਚ ਪਏ ਬੇਟੇ, ਮੈਂ ਧੀ ਬੇਟਾ ਉਹਨੂੰ ਕਿਹਾ, ਕਹਿੰਦੀ ਕਿਸੇ ਨੂੰ ਭੁਲੇਖਾ ਲੱਗ ਗਿਆ ਹੋਣਾ, ਓਕੇ ਠੀਕ ਹੈ, ਕਹਿੰਦੀ ਸਾਰੇ ਹੁਣ। ਮੇਰਾ ਗੇੜਾ ਹੋਰ ਮਰਵਾਤਾ ਜੀ, ਇਹ ਨਹੀਂ ਸੁਣਦੇ ਕਿਸੇ ਦੀ। ਫਿਰ ਮੈਂ ਦੁਬਾਰਾ ਕਾਉਂਸਲਰ ਦਾ ਫਿਰ ਰੱਖ ਕਰਿਆ, ਉਹ ਮੈਨੂੰ ਕਹਿੰਦੇ ਤੈਨੂੰ PIO ਚਾਹੀਦਾ ਕਿ OCI ਚਾਹੀਦੀ ਆ ਕਿ ਸਾਡੀ ਜਾਨ ਚਾਹੀਦੀ। ਆ ਜਵਾਬ ਦਿੱਤਾ ਜੀ, ਦੱਸੋ ਹੁਣ ਕੀ ਕਰੀਏ ਜੀ। ਥੈਂਕ ਯੂ। ਗੱਲ ਇਹ ਆ ਕਿ ਇਹ ਸਾਰੇ ਹੀ ਆਪਾਂ ਉੱਥੋਂ ਆਏ ਹੋਏ ਆ, ਉੱਥੇ ਆਪਾਂ ਇੱਕ ਦੂਜੇ ਨੂੰ ਕਿੱਦਾਂ ਟਰੀਟ ਕਰਦੇ ਆ, ਕੋਈ ਇਹ ਐਕਸਪਲੇਨ ਕਰਨ ਵਾਲੀ ਗੱਲ ਨਹੀਂ। ਇਹਦੇ ਵਿੱਚ ਹੁਣ ਕੈਨੇਡਾ, ਓਨਟਾਰੀਓ, ਕੋਈ ਬਰੈਂਪਟਨ ਦਾ ਕੋਈ ਕਸੂਰ ਨਹੀਂਗਾ। ਇੱਥੇ ਜੋ ਅਸੀਂ ਬੁੱਧੀਆਂ ਲੈ ਕੇ ਆਏ ਆ ਉਹਦੇ ਨਾਲ ਇੱਕ ਦੂਜੇ ਨੂੰ ਅਸੀਂ ਸਰਵ ਕਰ ਰਹੇ ਹਾਂ। ਦੇਖ ਲਓ, ਇਹਦਾ ਮਤਲਬ ਵੀ ਤੂੰ ਮੇਰੀ ਕੰਪਲੇਂਟ ਕੀਤੀ ਤੇ ਮੈਂ ਤੈਨੂੰ ਖਰਾਬ ਕਰੂੰ। ਇਹਦੇ ਵਿੱਚ ਹੁਣ ਅਸੀਂ ਕੈਨੇਡਾ ਤੇ ਆ ਕੇ ਜੇ ਐਥਿਕਸ ਨੂੰ ਨਹੀਂ ਲਰਨ ਕਰਨਾ, ਨਹੀਂ ਵਰਕ ਕਲਚਰ ਉਹ ਪੈਦਾ ਕਰਨਾ, ਤੇ ਸਿੱਟੇ ਉਹੀ ਮਿਲਣੇ ਜੋ ਉੱਥੋਂ ਤਬਾਹ ਹੋ ਕੇ ਛੱਡ ਕੇ ਆਏ ਆ, ਆਪਾਂ ਰਿਜ਼ਲਟ ਪੈਦਾ ਕਰ ਰਹੇ ਆ ਜੀ। ਇਹਦੇ ਵਿੱਚ ਹੁਣ ਕਸੂਰ ਕੱਢੀ ਚੱਲੀਏ ਕੈਨੇਡਾ ਦਾ, ਤੇ ਫਿਰ ਚਲੋ ਇਹ ਤਾਂ ਨਹੀਂ ਨਾ ਮਸਲਾ ਹੱਲ ਹੋਣਾ ਜੀ। ਅੱਛਾ ਚਲੋ, ਆਖਰੀ ਮੇਰਾ ਕੁਐਸਚਨ, 1-2 ਕੁਐਸਚਨ ਆਪਾਂ ਤਿਆਰ ਕੀਤੇ ਸੀਗੇ। ਮੈਂ ਵੇਖ ਰਿਹਾ ਸੀਗਾ ਕਿ ਇੱਕ ਤਾਂ ਜਿਹੜੀ ਸਾਡੇ ਜਿਹੜਾ ਸ਼ੋਸ਼ਣ ਆ ਕਈ ਤਰ੍ਹਾਂ ਦਾ ਹੁੰਦਾ, ਬੱਚੀਆਂ ਦਾ, ਆਪਾਂ ਵਰਕਰਾਂ ਦੀ ਗੱਲ ਕਰਦੇ ਹਾਂ। ਤੇ ਹੁਣ ਕੈਨੇਡਾ ਹੀ ਆ, ਇੱਥੇ ਕੱਲ ਖਬਰ ਸੁਣਾਈ ਸੀਗੀ ਅੰਜੂ ਜੀ ਨੇ, ਬੜੀ ਵਧੀਆ ਮਤਲਬ ਹੋਈ ਹੈ। ਮਤਲਬ ਕਹਿ ਲਓ ਕਿ ਜਿਹਦਾ ਨਹੀਂ ਹੱਕ ਮਿਲਦਾ ਉਹਨੇ ਕੋਰਟ ਦਾ ਦਰਵਾਜ਼ਾ ਖੜਖਟਾਇਆ। ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਜੇ ਤੁਹਾਡੇ ਹੱਕ ਦੇ ਉੱਤੇ ਕੋਈ ਡਾਕਾ ਮਾਰਦਾ, ਅਸੀਂ ਮਾਈਕ ਤੇ ਬੈਠੇ ਹਾਂ, ਮੇਰੇ ਕੋਲ ਵੀ ਕੱਲ ਕੋਈ ਸ਼ਬਦ ਵਧੀਆ ਨਹੀਂ ਨਿਕਲਦਾ ਤੇ ਕੋਈ ਤੁਸੀਂ ਮੇਰੇ ਤੇ, ਮੈਨੂੰ ਤਾਂ ਕਈ ਵਾਰੀ ਕੱਟਣ ਦੀਆਂ ਧਮਕੀਆਂ ਪਹਿਲਾਂ ਆ ਚੁੱਕੀਆਂ ਨੇ। ਹਾਂਜੀ ਚਲੋ, ਪਤਾ ਨਹੀਂ ਅਗਲੀ ਕਿਹਦੀ ਵਾਰੀ ਹੈ। ਬਟ ਜਦੋਂ ਕੋਈ ਮਾਈਕ ਤੇ ਬੈਠਾ ਬੋਲਦਾ, ਕੱਲ ਵੀ ਆਪਾਂ ਗੱਲ ਕੀਤੀ ਸੀ ਦੀਪਕ ਪੁੰਜ ਉਹਨਾਂ ਦੀ, ਅੱਜ ਵੀ ਨਿਖੇਧੀ ਕਰਦੇ ਹਾਂ, ਕੱਲ ਵੀ ਨਿਖੇਧੀ ਕਰਦੇ ਹਾਂ ਤੇ ਕਰਦੇ ਰਵਾਂਗੇ। ਕਿਸੇ ਤੇ ਵੀ, ਕਿਸੇ ਥਾਂ ਤੇ ਵੀ ਹੋਵੇ, ਭਾਈ ਤੁਹਾਡੇ ਕੋਲ ਰਾਈਟਸ ਹੈਗੇ ਆ, ਤੁਹਾਡੇ ਕੋਲ ਹੱਕ ਹੈਗੇ ਆ, ਕੋਰਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਦਰਵਾਜ਼ਾ ਖਟਖਟਾ ਸਕਦੇ ਹੋ, ਬਜਾਏ ਇਸ ਦੇ ਕਿ ਤੁਸੀਂ ਫਿਜ਼ੀਕਲੀ ਕਿਸੇ ਤੇ ਵਾਰ ਕਰੋ। ਅਸੀਂ ਚੀਜ਼ ਦੀ ਨਿਖੇਧੀ ਕਰਦੇ ਹਾਂ, ਇਸ ਘਟਨਾ ਦੀ ਨਿਖੇਧੀ ਕਰਦੇ ਹਾਂ। ਹੁਣ ਜਦੋਂ ਅਸੀਂ ਕੋਈ ਇਹੋ ਜਿਹੀ ਗੱਲ ਕਰਦੇ ਹਾਂ ਵੀ ਇੱਕ ਫੈਸਲਾ ਆਇਆ ਵਾ, ਬੱਚੇ ਨੇ ਦਰਵਾਜ਼ਾ ਖਟਖਟਾਇਆ, ਹਾਂਜੀ ਕੋਰਟ ਨੇ ਉਹਦੀ ਆਵਾਜ਼ ਸੁਣੀ ਹੈ, ਉਹਦੇ ਦਰਦ ਨੂੰ ਸਮਝਿਆ ਤੇ ਇੱਥੋਂ ਦੇ ਇੱਕ ਰੈਸਟੋਰੈਂਟ ਨੂੰ ਜੁਰਮਾਨਾ ਠੁਕਿਆ। ਹਾਂਜੀ, ਹੁਣ ਅਸੀਂ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਦ ਲਾਈਨਾਂ ਸਾਰੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ ਨੇ। ਅਗਲਾ ਸਵਾਲ ਜਿਹੜਾ ਸੀ, ਚਾਟ ਹੱਟ ਹੈ ਇੱਕ ਸਾਡੇ ਇੱਥੇ ਰੈਸਟੋਰੈਂਟ, ਉਹਦੇ ਉੱਤੇ $16,495 ਤੇ 29 ਸੈਂਟ ਜਿਹੜਾ ਉਹ ਐਗਰੀ ਹੋਏ ਨੇ ਕਿ ਜਿਹੜੇ ਉਹਨਾਂ ਦੇ ਵਰਕਰ ਸਨ ਉੱਥੇ, ਆਈ ਸਿੰਘ ਸਤਿੰਦਰ, ਹਾਂਜੀ ਉਹਨਾਂ ਨੂੰ ਦੇਣ ਵਾਸਤੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਸਤਿੰਦਰ ਲੜਕੀ ਜਿਹੜੀ ਫਾਰਮਰ ਇੰਟਰਨੈਸ਼ਨਲ ਸਟੂਡੈਂਟ ਸੀਗੀ, ਤੇ ਇਹ ਉੱਥੇ ਕੰਮ ਕਰਦੀ ਸੀ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਡੀਟੇਲ ਆ ਵੀ ਕੰਮ ਤਾਂ ਕਈ ਵਾਰੀ 12-12 ਘੰਟੇ ਸ਼ਿਫਟਾਂ ਵੀ ਹੁੰਦੀਆਂ ਸੀਗੀਆਂ, ਸਫਾਈ ਕਰਨੀ, ਕੁੱਕ ਕਰਨੀ, ਸਰਵ ਕਰਨਾ, ਸੋ ਆਲ ਰਾਊਂਡਰ ਹੀ ਸੀ। ਪਰ ਜਿਹੜਾ ਜੀ ਵੀ ਇਹਨੂੰ ਪੇ ਕੀਤਾ ਜਾਂਦਾ ਸੀਗਾ ਮਸੀਂ $8 ਪਰ ਆਵਰ, ਜਾਣੀ ਕਿ ਵੀ 12 ਘੰਟਿਆਂ ਦੇ $100 ਦੇ ਦੇਣੇ। ਤੇ ਜਦ ਕਿ ਵੀ ਉਸ ਵੇਲੇ ਮਿਨੀਮਮ ਵੇਜ ਓਨਟਾਰੀਓ ਦੀ $14 ਸੀਗੀ, ਤੇ ਇੰਪਲੋਇਮੈਂਟ ਸਟੈਂਡਰਡ ਐਕਟ ਇਹ ਕਹਿੰਦਾ ਵੀ 14 ਤੋਂ ਘੱਟ ਇੰਪਲੋਇਰ ਨਹੀਂ ਦੇ ਸਕਦਾ। ਇਹ ਨਹੀਂ ਵੀ ਵਰਕਰ ਜੇ ਕਵੇ ਮੈਨੂੰ 5 ਦੇ ਦਿਓ ਤੇ ਇੰਪਲੋਇਰ ਕਵੇ ਵੀ ਵਰਕਰ ਐਗਰੀ ਹੋ ਗਿਆ ਸੀਗਾ, ਇਹ ਕੋਈ ਪਲੀ ਨਹੀਂ ਬਣਦੀ। ਕਿਉਂਕਿ ਵੀ ਵਰਕਰ ਦਾ ਜਿਹੜਾ ਲੋੜਵੰਦ ਆ ਉਹ ਕਹੂਗਾ ਵੀ ਮੈਂ ਮੁਫਤ ਕੰਮ ਕਰੀ ਜਾਂਦਾ। ਇਹ ਇੰਪਲੋਇਰ ਦੀ ਡਿਊਟੀ ਬਣਦੀ ਆ ਵੀ ਉਹ ਵਰਕਰ ਨੂੰ ਦੱਸੇ, ਜੇ ਵਰਕਰ ਸਸਤਾ ਕੰਮ ਵੀ ਕਰਨਾ ਚਾਹੇ, ਕਿ ਦੇਖ ਵਰਕਰ, ਕਾਨੂੰਨ ਦੇ ਮੁਤਾਬਕ ਮੈਂ ਤੈਨੂੰ 14 ਤੋਂ ਘੱਟ ਦੇ ਨਹੀਂ ਸਕਦਾ, 14 ਤੇ ਤੈਨੂੰ ਦੇਣੇ ਹੀ ਦੇਣੇ ਆ, ਉਸ ਤੋਂ ਵੱਧ ਜੇ ਮੈਂ ਨਹੀਂ ਦੇ ਸਕਦਾ। ਤੇ ਜੇ ਫੇਰ ਵੀ ਵਰਕਰ ਕਵੇ ਮੈਂ 5 ਹੀ ਲੈਣੇ, ਮੈਂ 9 ਹੀ ਲੈਣੇ ਆ, ਫਿਰ ਦੇਖਦੇ ਕਿਹੜਾ ਵਰਕਰ ਹੈ।
ਜੀ ਜਦੋਂ ਉਹਨੂੰ ਵਿਚਾਰੇ ਨੂੰ ਦੇਣੀ ਹੀ ਨਹੀਂ, ਉਹਨੂੰ ਆਪਸ਼ਨ ਹੀ ਨਹੀਂ ਦੇਣੀ, ਤੇ ਉਹਨੇ ਤਾਂ ਆਪ ਹੀ ਘੱਟ ਤੇ ਉੱਥੇ ਹੱਡ ਗੋਡੇ ਰਗੜਾਉਣੇ ਆ ਹਨਾ। ਤੇ ਇਸ ਕਰਕੇ ਕਸੂਰ ਇੰਪਲੋਇਰ ਦਾ ਹੁੰਦਾ, ਜਿਹੜਾ ਕਿ ਆਪਾਂ ਆਪਣੀ ਅੱਖੜ ਬੁੱਧੀ ਦੇ ਤਹਿਤ ਜਾਣੀ ਮੰਨਦੇ ਨਹੀਂ ਆ, ਮੰਨਦੀਆਂ ਨਹੀਂ ਆ। ਕੁੱਲ ਮਿਲਾ ਕੇ ਹੁਣ ਦੇਖੋ, ਜਦੋਂ ਇਹ ਪਰਤਾਂ ਫਿਰ ਖੁੱਲਦੀਆਂ, ਸਾਡੀਆਂ ਹੀ ਬੁੱਧੀਆਂ ਭ੍ਰਿਸ਼ਟ ਨਿਕਲਦੀਆਂ। ਤਨਖਾਹਾਂ ਘੱਟ ਦੇਣ ਵਾਲੀਆਂ, ਤਨਖਾਹਾਂ ਮਾਰਨ ਵਾਲੀਆਂ, ਜਿਨ੍ਹਾਂ ਦੀਆਂ ਤਨਖਾਹਾਂ ਮਰਦੀਆਂ ਨੇ, ਉਹ ਸਾਰੇ ਆਪਾਂ ਪੰਜਾਬ ਤੋਂ ਹੀ ਆਏ ਹੋਏ ਆ ਜੀ। ਇੱਥੇ ਦਾ ਬੋਰਨ ਤੇ ਇਹਨਾਂ ਵਿੱਚ ਕੋਈ ਨਹੀਂ। ਉਹ ਨੁਕਸ ਬਰੈਂਪਟਨ, ਓਨਟਾਰੀਓ, ਕੈਨੇਡਾ 'ਚ ਸਾਨੂੰ ਸਮਝਾ ਤੇ ਦਿਓ ਵੀ ਹੈ ਕਿੱਥੇ ਹੈ, ਸਾਡੇ 'ਚ ਕਿੱਥੇ ਨਹੀਂ ਆ, ਉਹ ਵੀ ਦੱਸ ਦਿਓ। ਸੋ ਤਦ ਕਰਕੇ ਇਹ ਸਾਨੂੰ ਕੇਸ ਸਿਖਾਉਂਦੇ ਆ ਵੀ ਅਸੀਂ ਕੀ ਲੈ ਕੇ ਉੱਥੋਂ ਆਏ ਆ, ਆਪਣੀ ਬੁੱਧੀਆਂ ਦੇ ਵਿੱਚ ਕੀ ਲੈ ਕੇ ਆਏ ਆ, ਸਿਰਾਂ ਦੇ ਵਿੱਚ ਕੀ ਨਰਕ ਲੈ ਕੇ ਆਏ ਆ, ਭੋਗਣਾ ਸਵਰਗ ਚਾਹੁੰਦੇ ਆ ਜੀ। ਸੋ ਇਸ ਕਰਕੇ ਇਹ ਨਰਕ ਸਿਰਜਣ ਦੀ ਨਿਸ਼ਾਨੀ ਆ ਵੀ ਅਸੀਂ ਇੰਪਲੋਇਰ, ਸਾਨੂੰ ਕੈਨੇਡਾ ਨੇ ਅਪਰਚੁਨਿਟੀ ਦਿੱਤੀ, ਬਣ ਗਏ ਧੜੱਲੇ ਦੇ ਨਾਲ, ਤੇ ਮੁੜ ਕੇ ਨਾਲੇ ਜਾਣੀ ਕਿ ਵਧੀਕੀ ਕਰ ਰਹੇ ਆ, ਤੇ ਨਾਲ ਅਸੀਂ ਆਪਣੇ ਆਪ ਨੂੰ ਜਸਟੀਫਾਈ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਕਹਿਣ ਦਾ ਮਤਲਬ ਇਹ ਹੈ ਜੀ ਵੀ ਹੁਣ ਆਪਣੇ ਆਪ ਹੀ ਜਾਣੀ ਕਿ ਵੀ ਡਿਸੀਜਨ ਦੇਣ ਦੀ ਕੋਰਟ। ਦੇਖੋ ਸਾਡਾ ਬਲਵਾਨ ਕਿੰਨਾ ਸਿਸਟਮ, ਅਸੀਂ ਤਾਂ ਕਹਿੰਦੇ ਵੀ ਕੈਨੇਡਾ 'ਚ ਨੁਕਸ ਹੈ, ਓਨਟਾਰੀਓ 'ਚ ਨੁਕਸ ਹੈ। ਵਿਕਟਮ ਜਿੰਨਾ ਚਿਰ ਬੋਲਦਾ ਨਹੀਂ, ਕੋਈ ਉਹਦੀ ਮਦਦ ਨਹੀਂ ਕਰ ਸਕਦਾ। ਵਿਕਟਮ ਆਪ ਬੋਲੂਗਾ, ਹੋਰ ਸਿਸਟਮ ਵੀ ਉਹਦੀ ਸਹਾਇਤਾ ਕਰ ਸਕਦੇ ਨੇ। ਜਦੋਂ ਕੋਲ ਆਪਾਂ ਗਏ ਹੀ ਨਹੀਂ ਜੀ ਜੀ ਤੇ ਨੁਕਸ ਕੱਢੀ ਚਲੋ ਬਾਹਰ ਬਹਿ ਕੇ। ਜੀ ਜੀ ਜੇ ਸਿਸਟਮ ਨੂੰ ਆਪਣਾ ਡਿਸੀਜਨ ਦੇਣਾ ਹੀ ਨਹੀਂ ਪਿਆ, ਪਹਿਲਾਂ ਹੀ ਇੰਪਲੋਇਰ ਤਿਆਰ ਹੋ ਗਿਆ, ਲੋ ਜੀ ਮੈਂ ਇੰਨੇ ਦਿਨ ਹੈ। ਜੀ ਜੀ ਮਤਲਬ ਇੰਨਾ ਡਰ ਹੈ ਪਟਾ ਫਿਰਨ ਦਾ, ਕਾਨੂੰਨੀ ਪਟਾ ਫਿਰਨ ਦਾ। ਚਲੋ ਉੱਥੇ ਤੇ ਪਟਾ ਉਦਾਂ ਫਿਰਦਾ ਨਾ, ਕਾਨੂੰਨੀ ਪਟਾ, ਇੱਥੇ ਕਾਨੂੰਨੀ ਪਟਾ ਫਿਰਨ ਦਾ ਇੰਨਾ ਡਰ। ਆਪਾਂ ਕਹਿੰਦੇ ਵੀ ਅਦਾਲਤਾਂ ਇੱਥੇ ਕੀ ਕਰਦੀਆਂ ਜੀ, ਅਦਾਲਤ ਨੂੰ ਫੈਸਲਾ ਦੇਣ ਦੀ ਲੋੜ ਨਹੀਂ ਪਈ ਜੀ, ਪਹਿਲਾਂ ਇੰਪਲੋਇਰ ਮੰਨ ਗਿਆ, ਲਓ ਜੀ ਮੈਂ ਦਿਨਾ ਹੱਥ ਜੋੜ ਕੇ। ਸੋ ਇਸ ਕਰਕੇ ਇਹ ਅਸੀਂ ਹੁਣ ਦੇਖ ਲਈਏ ਵੀ ਸਾਡੀਆਂ ਬੁੱਧੀਆਂ ਦੇ ਵਿੱਚ ਭ੍ਰਿਸ਼ਟਾਚਾਰ ਹੋਊਗਾ ਤੇ ਅਸੀਂ ਕੈਨੇਡਾ ਨੂੰ ਘੋਣ ਤੇ ਸਿਉਂਕ ਬਣੇ ਹੋਏ ਆ। ਨੁਕਸ ਅਸੀਂ ਓਨਟਾਰੀਓ ਦਾ, ਕੈਨੇਡਾ ਦਾ ਕੱਢਦੇ ਆ, ਇਹ ਕੈਨੇਡਾ ਨਾਲ ਬੇਇੱਜ਼ਤੀ। ਇੱਕ ਹੋਰ ਬੜਾ, ਕੱਲ ਮੇਰੇ ਵੀ ਸਵਿੰਦਰ ਹੁਣੀ ਨੇ, ਮੈਂ ਉਹਨਾਂ ਨਾਲ ਕਰਾਂਗਾ ਗੱਲਬਾਤ। ਜਿਹੜੀਆਂ ਏਜੰਸੀਆਂ ਨੇ ਉਹ ਬੜਾ ਖੂਨ ਚੂਸਦੀਆਂ ਨੇ ਵਰਕਰ ਦਾ, ਕੰਮ ਕਰਨ ਵਾਲਿਆਂ ਦਾ। ਕੰਮ ਕਰਨ ਵਾਲਿਆਂ ਦੇ ਵਿੱਚੋਂ ਜੇ ਸਰਕਾਰੀ ਰੇਟ ਆ ਗਾਂ ਉਹਨਾਂ ਦੇ ਕੰਪਨੀ ਦਾ ਰੇਟ ਕੋਈ 18 ਤੇ 3 4 4 5 ਡਾਲਰ ਦਾ ਟੋਕਾ ਜਿਹੜਾ ਉਹ ਹਰ ਇੱਕ ਕੈਟਾਗਰੀ ਦੇ ਹਿਸਾਬ ਦੇ ਨਾਲ ਵੱਜਦਾ। ਔਰ ਰਲੇ ਹੋਏ ਨੇ ਕੰਪਨੀਆਂ ਵਾਲਿਆਂ ਨੇ, ਆਪਣੀਆਂ ਜਿਹੜੀਆਂ ਨੇ ਉਹ ਏਜੰਸੀਆਂ ਖੋਲ੍ਹ ਲਈਆਂ ਨੇ। ਹੁਣ ਇਹ ਚੋਰ ਮੋਰੀਆਂ ਲੱਭ ਗਈਆਂ ਨੇ। ਇਹ ਏਜੰਸੀਆਂ ਜਦੋਂ ਹੋਂਦ ਵਿੱਚ ਆਈਆਂ ਸੀ, ਇਹਨਾਂ ਦਾ ਕਾਰਨ, ਇਹਨਾਂ ਦਾ ਰੀਜਨ ਕੁਝ ਹੋਰ ਸੀ, ਪਰੰਤੂ ਹੁਣ ਇਹ ਸ਼ੋਸ਼ਣ ਬਹੁਤ ਹੋ ਰਿਹਾ। ਜੌਲ ਸਾਹਿਬ ਇੱਥੇ ਕਰਾਂਗੇ ਗੱਲ। ਵੈਸੇ ਤਾਂ ਚਲੋ ਜਗਮੀਤ ਉਹਨਾਂ ਨੇ ਸ਼ੁਰੂ ਕੀਤੀ ਸੀ ਇਸ ਮਸਲੇ ਤੇ ਗੱਲ, ਬੜਾ ਅੰਤਰਰਾਸ਼ਟਰੀ ਪੱਧਰ ਤੇ ਅੱਜ ਉਹ NDP ਦੇ ਹੀਰੋ ਨੇ, ਬਟ ਇਹ ਉਹਨਾਂ ਨੇ ਮਸਲਾ ਉਠਾਇਆ ਸੀ ਪਰ ਬਣਿਆ ਕੁਝ ਨਹੀਂ। ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਇਹ ਵੋਟ ਬੈਂਕ ਆ ਜੀ ਸਾਰੀ ਇਹਨਾਂ ਦੀ। ਹੁਣ ਕਿਰਾਏਦਾਰ ਤੇ ਮਾਲਕ ਮਕਾਨ ਦਾ ਜਿਹੜਾ ਸਾਰੇ ਦਾ ਸਾਰਾ ਤੁਸੀਂ ਲਾਭ ਪੜ ਲਓ, ਕਿਰਾਏਦਾਰ ਦੇ ਹੱਕ ਦੇ ਵਿੱਚ ਆ। ਮਾਲਕ ਮਕਾਨ ਤੇ ਡਰਦਾ ਉਹਨਾਂ ਦੇ ਕੋਲੋਂ। ਮੈਂ ਕਹਿੰਦਾ ਚਲੋ ਤੁਸੀਂ ਹੱਕ 'ਚ ਰੱਖ ਦਿਓ, ਪਰ ਜੇ ਕਿਰਾਏਦਾਰ ਮਾਲਕ ਮਕਾਨ ਨੂੰ ਤੰਗ ਕਰਦਾ ਤੇ ਇਸ ਤਰ੍ਹਾਂ ਜੇ ਫੈਸਲਾ ਹੁੰਦਾ ਕੋਰਟ ਦੇ ਵਿੱਚੋਂ ਤੇ ਕਿਰਾਏਦਾਰ ਨਿਕਲਦਾ ਇੱਦਾਂ, ਤੇ ਇੱਕ 5 ਸਾਲ ਵਾਸਤੇ ਉਹਦੇ ਰੈਕਡ ਦੇ ਵਿੱਚ ਪੱਕਾ ਹੋਣਾ ਚਾਹੀਦਾ, ਉਹਦੇ ਸੋਸ਼ਲ ਇੰਸ਼ੋਰੈਂਸ ਕਾਰਡ ਤੇ, ਉਹਦੇ ਡਰਾਈਵਿੰਗ ਲਾਇਸੈਂਸ ਦੇ ਉੱਤੇ, ਉਹਦੇ ਹੈਲਥ ਕਾਰਡ ਤੇ, ਤੁਹਾਡੇ ਸਿਸਟਮ ਦੇ ਵਿੱਚ ਪੱਕਾ ਹੋਣਾ ਚਾਹੀਦਾ ਕਿ ਇਸ ਬੰਦੇ ਨੇ ਪੁਰਾਣੇ ਮਾਲਕ ਮਕਾਨ ਨੂੰ ਖਰਾਬ ਕੀਤਾ ਸੀ ਤੇ ਉਹਨੇ ਖੱਜਲ ਖਵਾਰ ਹੋ ਕੇ ਤੇ ਇਹਨੂੰ ਘਰੋਂ ਬਾਹਰ ਕੱਢਿਆ ਵੀ ਤੂੰ ਅਗਲਾ ਕਿਰਾਏਦਾਰ ਜਿਹੜਾ ਵਾ ਚੁਣ ਤੋਂ ਪਹਿਲਾਂ ਇਹਨੂੰ ਸੋਚ ਲਾ, ਵੇਖ ਲਾ। ਫਿਰ ਵੇਖਦੇ ਆ ਕਿਵੇਂ ਸਿੱਧੇ ਨਹੀਂ ਹੁੰਦੇ ਇਹ, ਫਿਰ ਨੱਕ ਦੀ ਸੂਈ ਥਾਣੀ ਵੇਖ ਸਿੱਧੇ ਹੁੰਦੇ ਕਿ ਨਹੀਂ ਹੁੰਦੇ, ਫਿਰ ਬੰਦੇ ਬਣਦੇ ਕਿ ਨਹੀਂ ਬਣਦੇ। ਜੇ ਮਾਲਕ ਮਕਾਨ ਖਰਾਬ ਕਰਦਾ, ਨਹੀਂ ਉਹਦੀਆਂ ਰਿਕੁਆਇਰਮੈਂਟ ਪੂਰੀਆਂ ਕਰਦਾ, ਓਕੇ ਉਹਨੂੰ ਪਨਿਸ਼ਮੈਂਟ ਕਰ ਦਿਓ। ਪਰ ਜੇ ਇਹ ਕਿਰਾਏਦਾਰ ਵਿੱਚੋਂ ਨਿਕਲਦੇ ਹੀ ਨਹੀਂ ਤੇ ਇੱਕ ਤਾਂ ਹੋਣਾ ਚਾਹੀਦਾ ਨਾ ਕਿ ਉਹਦਾ ਰੈਕਡ ਖਰਾਬ। ਜਿੱਦਾਂ ਹੁਣ ਅਸੀਂ 2 ਕਿਸ਼ਤਾਂ ਨਹੀਂ ਤਾਰਦੇ, ਕਿਸੇ ਨੇ ਤੀਲਾ ਜੋੜ ਕੇ ਮਕਾਨ ਲਿਆ, 3 ਕਿਸ਼ਤਾਂ ਤੋਂ ਬਾਅਦ ਬੈਂਕ ਆਵਾਜ਼ ਮਾਰ ਲੈਂਦਾ, ਹਾਂ ਵੀ ਪੈਸੇ ਦੇਣੇ ਜਾਂ ਕੁਰਕੀ ਕਰੀਏ ਤੇਰੀ। ਸਿਟੀ ਉਹਦਾ ਪ੍ਰੋਪਰਟੀ ਟੈਕਸ ਨਹੀਂ ਛੱਡਦੀ, ਉੱਤੇ ਟੈਕਸ ਲਾ ਕੇ ਭੇਜਦੀ ਆ। ਰੈਵਨਿਊ ਕਨਰ ਨੂੰ ਆਪਣਾ ਟੈਕਸ ਭਰਨ ਤੋਂ ਭੇਜਦੇ ਤੋਂ ਟੈਕਸ ਲਾ ਕੇ ਭੇਜਦੀ ਆ, ਉੱਤੇ ਇੰਟਰਸਟ ਲਾ ਕੇ ਭੇਜਦੀ ਆ। ਤੇ ਪਿੱਛਿਆ ਗਿਆ ਜਿਹੜਾ ਉਹਨੇ ਮਕਾਨ ਮਾਲਕ ਨੇ ਕਿਰਾਏ ਤੇ ਦੇ ਦਿੱਤਾ ਤੇ ਅੰਦਰ ਵੜ ਗਿਆ ਗੁੰਡਾ ਬਦਮਾਸ਼। ਉਹਦੇ ਉੱਤੇ ਕਮ ਸੇ ਕਮ 5 ਸਾਲ ਤੇ ਇਹੋ ਜਿਹਾ ਰੈਕਡ ਪਾ ਦਿਓ, ਬੈਡ ਰੈਕਡ ਦਾ, ਵੀ ਇਹ ਅਗਲਾ ਕਿਰਾਏਦਾਰ, ਅਗਲਾ ਮਾਲਕ ਮਕਾਨ ਬਚ ਜੇ। ਤਾਂ ਹੀ ਜੰਮ ਕਰੋ ਆਪਣੀਆਂ ਕੀ ਕਹਿੰਦੇ ਹੁੰਦੇ ਆ ਰਾਜਨੀਤੀਆਂ, ਵੋਟਾਂ ਬਟੋਰੋ। ਇਹਨਾਂ ਦੀਆਂ ਵੋਟਾਂ ਜ਼ਿਆਦੀਆਂ ਨੇ, ਪਰ ਖੂਨ ਇਹਨਾਂ ਦਾ ਵੀ ਇਹ ਜਿਹੜੀਆਂ ਜੋਕਾਂ ਪੀਂਦੀਆਂ ਨੇ ਉਹਨਾਂ ਨੂੰ ਵੀ ਬਚਾ ਰੱਖੋ, ਕਰੋ ਕੋਈ ਇਹੋ ਜਿਹਾ ਹੱਲ। ਅੱਛਾ, ਇੱਧਰ ਲਾਈਨਾਂ ਫਲੈਸ਼ ਹੋ ਰਹੀਆਂ ਨੇ ਵੌਇਸ ਆਫ ਸਿਟੀ 1320M ਤੇ, ਤੁਹਾਨੂੰ ਆਗਿਆ ਵੀ ਤੁਹਾਡੇ ਕੋਲ ਲੈਣੀ ਹੈ, ਪਰੰਤੂ ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦਿਲਬਾਗ ਸਿੰਘ ਜੀ, ਸਤਪਾਲ ਹੁਣਾਂ ਨੂੰ ਵੀ ਮੇਰੇ ਸਤਿ ਸ਼੍ਰੀ ਅਕਾਲ ਤੁਹਾਨੂੰ, ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ। ਇਹ ਜਿਹੜਾ ਮਸਲਾ ਇਹ ਤਾਂ ਬੜਾ ਵੱਡਾ ਹੈ, ਬੜਾ ਚਿਰਾਂ ਦਾ ਹੈਗਾ। ਦੇਖੋ ਇਹ ਉਹ ਲੋਕ ਜਿਹੜੇ ਹੈਗੇ ਨਾ, ਜੋ ਇੰਡੀਆ ਤੋਂ ਕਰਦੇ ਆ, ਇੱਥੇ ਉਹੀ ਚਲਾਉਂਦੇ ਰਹਿੰਦੇ ਆ। ਜਿੱਥੇ ਮਰਜ਼ੀ ਰਹਿ ਲਓ, ਜਿੱਥੇ ਮਰਜ਼ੀ। ਹੁਣ
ਮੈਂ ਕੀ ਲੰਮੀਆਂ ਚੌੜੀਆਂ ਗੱਲਾਂ ਕਰਾਂ। ਇਹ ਤਾਂ ਚਿਰਾਂ ਦੇ ਇੱਥੇ ਮੇਰੇ ਕਜੀਰ ਸਾਹਿਬ ਮੁੰਡਾ ਆਇਆ ਸੀਗਾ, ਉਹਨਾਂ ਨੂੰ ਪਾਸਪੋਰਟ ਬਣਿਆ, ਉਹਨਾਂ ਨੂੰ ਪੇਪਰ ਹੀ ਨਾ ਦੇਣ। ਮੈਨੂੰ ਉਹ ਮੁੰਡਾ ਕਿਹਾ ਚਾਚਾ ਹੀ ਲਵਾ, ਇਹ ਕਹਿੰਦੇ ਮੈਂ ਤਾਂ ਕੋਈ MP ਨਹੀਂ ਲੱਗਾ, ਮੈਂ ਕੁਛ ਹੈਗਾ ਹੀ ਨਹੀਂ। ਤੇ ਇਹ ਲੋਕ ਇੰਨਾ ਖਰਾਬ ਕਰਦੇ, ਕਿਸੇ ਨੂੰ ਬਹੁਤ ਖਰਾਬ ਕਰਦੇ ਆ। ਹੁਣ ਜਿਹੜਾ ਦੱਸ ਕੇ ਗਏ ਇਹਨਾਂ ਲੋਕਾਂ ਦੇ ਵਿੱਚ ਕਲੇਸ਼ ਮਿਸ਼ਰਾ ਬਹੁਤ ਚੰਗਾ ਆਇਆ ਸੀ, ਉਹਨੇ ਬੜੇ ਚੰਗੇ ਕੰਮ ਕੀਤੇ। ਚਲੋ ਸਾਰੇ ਚੰਗੇ ਆ ਜੀ, ਤੁਸੀਂ ਆਪਣੀ ਗੱਲ ਕਰੋ, ਕੋਈ ਮਾੜਾ ਨਹੀਂ, ਸਾਰੇ ਅਫਸਰ ਚੰਗੇ ਹੁੰਦੇ ਨੇ, ਪਰ ਸਾਡੇ ਵਿੱਚ ਸਾਡੀਆਂ ਆਪਣੀਆਂ ਖਾਮੀਆਂ ਹੁੰਦੀਆਂ ਨੇ। ਜਦੋਂ ਅਸੀਂ ਉਸ ਦੇਸ਼ ਨੂੰ ਕਹਿ ਕੇ ਇੱਕ ਮਿੰਟ ਮਿਸੀ ਗੋਸਲ ਜਦੋਂ ਅਸੀਂ ਕਹਿ ਕੇ ਆ ਗਏ ਕਿ ਉਸ ਦੇਸ਼ ਤੋਂ ਖਤਰਾ ਹੈ, ਉਸ ਦੇਸ਼ ਸਾਡੀ ਜਾਨ ਨੂੰ ਖਤਰਾ ਹੈ, ਇਹੋ ਜਿਹੇ ਕੇਸ ਵੀ ਨਹੀਂ ਜਾਨ ਨੂੰ ਖਤਰਾ, ਮੁੜ ਕੇ ਜਾ ਕੇ ਆ ਕੇ ਤੇ ਵਿੱਚ ਇਨ ਬੀਟਵੀਨ ਜਾ ਵੀ ਆਉਂਦੇ ਨੇ ਤੇ ਖਤਰਾ, ਤੇ ਫਿਰ ਅਗਲੇ ਕਹਿੰਦੇ ਭਾਈ ਤੂੰ ਜਾ ਵੀ ਆਇਆ ਫੇਰ ਆ ਗਿਆ ਸੀ, ਤੈਨੂੰ ਕਿੱਦਾਂ PR ਦੇ ਦਈਏ। ਜਿਸ ਦੇਸ਼ ਦੇ ਵਿੱਚ ਤੈਨੂੰ ਖਤਰਾ ਹੈ ਉਸ ਦੇਸ਼ ਨੂੰ ਬਦਨਾਮ ਕਰਦੇ ਪਏ ਨੇ, ਜਿਨ੍ਹਾਂ ਨੂੰ ਅਸਲੀ ਖਤਰਾ ਆ। ਇਹ ਅੱਜ ਦੀ ਗੱਲ ਨਹੀਂ ਹੈਗੀ, ਇਹ ਤਾਂ ਇਹ ਚਲੋ ਮਿਸੀ ਗੋਸਲ ਧੰਨਵਾਦ, ਥੈਂਕ ਯੂ। ਆਪਾਂ ਅਗਲੀ ਕਾਲ ਤੇ ਚੱਲਦੇ ਹਾਂ ਜੀ। ਔਰ ਗੁਰੂ ਰਵਿਦਾਸ ਜੌਲ ਸਾਹਿਬ ਵਾਈਂਡ ਅਪ ਕਰੀਏ ਫਿਰ। ਹਾਂ ਜੀ, ਨਹੀਂ ਬਿਲਕੁਲ ਮੈਂ ਸਮਝਦਾ ਜੀ ਵੀ ਇਹ ਇਸ਼ੂਜ਼ ਜਿਹੜੇ ਦਹਾਕਿਆਂ ਬੱਧੀ ਉੱਠਦੇ ਰਹਿੰਦੇ ਜੀ, ਏਜੰਸੀਆਂ ਦਾ ਹੋਵੇ, ਯੂਨੀਵਰਸਿਟੀ ਦਾ ਹੋਵੇ, ਉਹ ਜਾਣੀ ਕਿ ਇਸ਼ੂ ਉਠਾਉਣ ਵਾਲਿਆਂ ਦੀਆਂ ਕੁਰਸੀਆਂ ਤੇ ਵੱਡੀਆਂ ਹੋ ਹੀ ਗਈਆਂ ਨਾ, ਲੋਕਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਉਹ ਗੱਲ ਵੱਖਰੀ ਹੈ। ਉਹ ਹੁੰਦੀਆਂ ਰਹਿਣੀਆਂ ਨੇ ਜੀ। ਦੂਸਰੇ ਪਾਸੇ ਇਹ ਆ ਜੀ ਵੀ ਹੁਣ ਏਜੰਸੀਆਂ ਦਾ ਲੱਗ ਰਿਹਾ ਵੀ ਪਟਾ ਹੁਣ ਟਿਬਰੀ ਥੋੜੀ ਟਾਈਟ ਕੀਤੀ ਜਾ ਰਹੀ ਆ, ਰੈਗੂਲੇਟਿਵ ਹੋ ਜਾਣਗੀਆਂ, ਪਰ ਜਿੰਨਾ ਚਿਰ ਵਿਕਟਮ ਨਹੀਂ ਬੋਲੂਗਾ ਲੁਟੇਰਾ, ਉਹਨਾਂ ਚਿਰ ਲੁਟੇਰੀ ਲੁੱਟਣਗੇ, ਜਿੰਨਾ ਚਿਰ ਵਿਕਟਮ ਨਹੀਂ ਬੋਲੂਗਾ। ਆ ਵਿਕਟਮ ਸਤਿੰਦਰ ਗਰੇਵਾਲ ਬੋਲੀ ਆ, ਲੈ ਲਿਆ ਹੱਕ, ਡਿਸੀਜਨ ਦੇਣ ਦੀ ਲੋੜ ਹੀ ਨਹੀਂ ਪਈ, ਪਹਿਲਾਂ ਹੀ ਮਿਲ ਗਿਆ ਜੀ। ਚਲੋ ਆਪਣੇ ਕਾਲਰ ਨੇ ਇੱਕ ਦੇਖਦੇ ਹਾਂ ਕਹਿਣਾ ਚਾਹੁੰਦੇ ਨੇ। ਹੈਲੋ, ਵੈਲਕਮ ਜੀ। ਹੈਲੋ ਹਾਂਜੀ ਹਾਂਜੀ, ਆਪਣੇ ਚਾਵਲਾ ਸਾਹਿਬ ਸੁਖਦੇਵ ਸਿੰਘ ਬੋਲਦਾ ਜੀ। ਸਰਦਾਰ ਸੁਖਦੇਵ ਸਿੰਘ ਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਆਪਣੇ 1320 ਤੋਂ ਸਾਡੇ ਵੀਰ ਭੈਣ ਭਰਾ ਸਰੋਤੇ ਅੰਗਲਾ ਪੰਜਾਬ ਸੁਣ ਲਏ ਨੇ, ਆਪਾਂ ਨੂੰ ਸਭ ਨੂੰ ਪਤਾ ਕਿ ਪਿਛਲੇ ਦਿਨੀ ਸਾਡੇ ਇੱਥੇ ਕਾਨਪੁਰ ਨਿਵਾਸੀ ਸੁਖਵਿੰਦਰ ਸਿੰਘ ਹੰਸਰਾ ਆਪਣੇ ਸਾਡੇ ਸਾਥੀ ਖਾਸ ਕਰਕੇ 1984 ਤੋਂ 2022 ਤੱਕ ਜਿਨ੍ਹਾਂ ਨੇ ਖਾਲਿਸਤਾਨ ਦੀ ਆਵਾਜ਼ ਵੀ ਬੁਲੰਦ ਕੀਤੀ, ਤੇ ਅਣਖੀਲਾ ਪੰਜਾਬ ਰੇਡੀਓ, ਅਣਖੀਲਾ ਪੰਜਾਬ TV, ਕੇਸਰੀ ਪੇਜਸ ਤੇ ਸਾਂਝ ਸਵੇਰਾ ਅਖਬਾਰ, ਪੰਜਾਬੀ ਡੇਲੀ ਅਖਬਾਰ, ਤੇ ਫਿਰ ਆਪਾਂ ਦੇਖਦੇ ਹਾਂ ਕਿ ਪੰਜਾਬੀ ਪ੍ਰੈਸ ਕਲੱਬ ਵਿੱਚ ਵੀ ਬੜੀ ਅਹਿਮ ਭੂਮਿਕਾ ਨਿਭਾਈ। ਉਹਨਾਂ ਲਈ ਸ਼ਰਧਾਂਜਲੀ ਵੀ ਆ ਸਾਡੇ ਵੱਲੋਂ, ਤੇ ਕਿਉਂਕਿ ਉਹਨਾਂ ਨੇ ਇਸੇ ਸਟੇਸ਼ਨ ਤੇ 1320 ਤੇ ਆਪਾਂ ਨੂੰ ਚੇਤਾ ਚਾਵਲਾ ਸਾਹਿਬ ਵੀ ਆਪਾਂ ਤੋਂ ਪਹਿਲਾਂ ਉਹਨਾਂ ਨੇ ਪ੍ਰੋਗਰਾਮ ਕਰਦੇ ਹੁੰਦੇ ਸੀ। ਆਪਾਂ ਵੈਸੇ ਇੱਕ ਘੰਟਾ ਸ਼ੁਰੂ ਕੀਤਾ ਸੀ, ਪਰ ਜਾਣਾ ਸੰਸਾਰ ਤੋਂ ਸਭ ਨੇ ਆ, ਤੇ ਵਾਹਿਗੁਰੂ ਕੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਜੋ ਨਹੀਂ ਕੰਮ ਕੀਤਾ ਉਹਨੂੰ ਸਜਦਾ ਵੀ ਕਰਦੇ ਹਾਂ। ਦੂਜਾ ਆਪਾਂ ਸਭ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਫਿਊਨਰਲ ਆ ਆਉਣ ਵਾਲੇ ਐਤਵਾਰ ਨੂੰ ਬਰੈਂਪਟਨ ਕ੍ਰੈਮੇਟੋਰੀਅਮ ਦੇ ਵਿੱਚ 1 ਤੋਂ ਲੈ ਕੇ 3 ਵਜੇ ਤੱਕ ਆ, ਫਿਰ ਉਸ ਤੋਂ ਬਾਅਦ 3:30 ਤੋਂ 5:30 ਵਜੇ ਤੱਕ ਅੰਟੈਰੀਓ ਖਾਲਸਾ ਦਰਬਾਰ ਦੇ ਵਿੱਚ ਇਹਨਾਂ ਦੀ ਅੰਤਮ ਅਰਦਾਸ ਹੋਣੀ ਆ, ਯਾਦ ਕੀਤਾ ਜਾਣਾ। ਬੰਦਾ ਚਲੇ ਜਾਂਦਾ ਜੀ 60-61 ਸਾਲ ਦੀ ਉਮਰ ਸੀ ਸਾਰੀ, ਤੇ ਜਾਣਾ ਸੰਸਾਰ ਤੋਂ ਇੱਕ ਦਿਨ। ਕੱਲ ਨੂੰ ਜਨਮ ਦਿਨ ਉਹਨਾਂ ਦਾ। ਹਾਂਜੀ, ਕੱਲ ਨੂੰ ਜਨਮ ਦਿਨ ਹੈ 26 ਫਰਵਰੀ ਵਾਲੇ ਦਿਨ। ਸੋ ਇਹ ਕੋਈ ਨਹੀਂ ਪਤਾ ਕਿਹੜੇ ਬੰਦੇ ਨੇ ਕਿੰਨੇ ਕੁ ਸਾਹ ਲੈਣੇ ਨੇ, ਅਸੀਂ ਸਜਦਾ ਹੀ ਕਰਦੇ ਜੀ ਆਪਣੇ ਵੱਲੋਂ ਵੀ, ਆਪਣੇ ਪਰਿਵਾਰ ਵੱਲੋਂ ਵੀ, ਰੇਡੀਓ ਵੱਲੋਂ ਵੀ, ਕਿਉਂਕਿ ਆਪਣੇ ਵੀ ਸਾਡੇ ਸਾਥੀ ਰਹੇ ਤੇ ਸਾਨੂੰ ਇਸ ਗੱਲ ਦਾ ਵੀ ਬੜਾ ਦੁੱਖ ਵੀ ਆ। ਦੂਜੇ ਪਾਸੇ ਆਪਾਂ ਇਹ ਵੀ ਕਹਿੰਦੇ ਆ ਕਿ ਇਹ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ, ਪਰ ਜਿਸ ਤਰੀਕੇ ਨਾਲ ਜਿਸ ਅਕੀਦੇ ਨਾਲ ਉਹ ਆਪਣੀ ਗੱਲ ਕਹਿੰਦੇ ਸੀ, ਗੱਲ ਕਰਦੇ ਸੀ, ਖਾਸ ਕਰਕੇ ਸਿੱਖਾਂ ਦੀ ਗੱਲ, ਪੰਜਾਬ ਦੇ ਮੁੱਦਿਆਂ ਦੀ ਗੱਲ, ਜਾਂ ਹੋਰ ਬਹੁਤ ਸਾਰੇ ਇਸ਼ੂਜ਼ ਦੀ ਗੱਲ, ਕੈਨੇਡੀਅਨ ਇਸ਼ੂਜ਼ ਦੀ ਗੱਲ, ਇੰਟਰਨੈਸ਼ਨਲ ਲੈਵਲ ਦੀ ਗੱਲ, ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸਾਰੇ ਕੰਮ ਕੀਤੇ ਹਨ ਜੀ। ਸੋ ਇੱਕ ਬਹੁਤ ਪੱਖੀ ਸ਼ਖਸੀਅਤ ਸੀ। ਸੋ ਸਾਡੇ ਵੱਲੋਂ ਸ਼ਰਧਾਂਜਲੀ ਵੀ ਆ ਤੇ ਅਸੀਂ ਯਾਦ ਵੀ ਕਰਦੇ ਹਾਂ। ਤੇ ਆਪਣੇ ਹਰਪ੍ਰੀਤ ਸਿੰਘ ਹੰਸਰਾ ਦਾ ਨੰਬਰ ਹੈ ਜੀ 416 456 8440, ਤੇ ਮੇਰੇ ਨਾਲ ਕੋਈ ਸੰਪਰਕ ਕਰ ਸਕਦਾ 416 664 88। ਧੰਨਵਾਦ। ਸਟਿਲ ਸਦੀਮੀ ਰਹੇਗਾ ਜੀ ਨੰਬਰ ਰਹਿੰਦੀ ਦੁਨੀਆ ਤੱਕ 905 455 99 99 I know 54559999। ਸਰਦਾਰ ਸਾਹਿਬ ਨੂੰ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਯਾਦ ਕਰਦਾ। ਥੈਂਕ ਯੂ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੱਕਾ ਨੰਬਰ ਰਹਿਣਾ ਜੀ। ਜਦੋਂ ਬੋਲਦੇ ਸੀ ਇੱਕ ਸਟਾਈਲ ਸੀ, ਅੰਦਾਜ਼ ਸੀ ਹੰਸਰਾ ਸਾਹਿਬ ਦਾ। ਕਿਉਂ ਜੌਲ ਸਾਹਿਬ? ਹਾਂ ਜੀ, ਬਿਲਕੁਲ ਉਹ ਸਟਾਈਲ, ਉਹ ਅੰਦਾਜ਼ ਚਲੇ ਗਏ, ਪਰ ਉਹਨਾਂ ਦੀ ਆਵਾਜ਼ ਦੀ ਯਾਦ ਜਿਹੜੀ ਆ ਜੀ ਵੀ ਸਾਡੇ ਤੱਕ ਰਹੇਗੀ। ਸਾਡੇ ਭਾਈ ਸੁਖਦੇਵ ਸਿੰਘ ਜੀ ਗਿੱਲ, ਇਹਨਾਂ ਦੇ ਤਾਂ ਬਹੁਤ ਕਰੀਬੀ ਸੀ ਜੀ, ਲੰਬੇ ਸਮੇਂ ਤੋਂ ਇਹਨਾਂ ਦਾ ਆਪਸ ਦੇ ਵਿੱਚ ਬੜਾ ਨੇੜਤਾ ਸੀ।
ਸੋ ਪੰਥਕ ਹਲਕਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਹੈ ਜੀ। ਤੁਹਾਨੂੰ ਪਤਾ ਜੀ ਵੀ ਖਾਲਿਸਤਾਨ ਦੀ ਮੁਹਿੰਮ ਦੇ ਝੰਡਾ ਬਰਦਾਰ ਉਹ ਹੋਇਆ ਕਰਦੇ ਸਨ। ਸੁਖਦੇਵ ਸਿੰਘ ਉਹਨਾਂ ਨੂੰ ਹੰਸਰਾ ਸਾਹਿਬ ਹੀ ਲੈ ਕੇ ਆਏ ਨੇ ਇਸ ਜੀ ਸੋ ਇਸ ਕਰਕੇ ਅੱਜ ਵੀ ਜ਼ਿੰਦਗੀ ਦੇ ਵਿੱਚ ਯਾਦਾਂ ਫਿਰ ਰਹਿ ਜਾਂਦੀਆਂ। ਚਲੇ ਗਏ ਨੇ ਅੱਜ। ਵੈਸੇ ਜਦੋਂ ਵੀ ਹੁਣ ਤਸਵੀਰ ਦੇਖਦੇ ਆ ਉਹਨਾਂ ਦੀ ਆਵਾਜ਼ ਨੂੰ ਲੱਗਦਾ ਨਹੀਂ ਗਏ, ਉਹ ਲੱਗਦਾ ਨਹੀਂ ਗਏ ਨਾ, ਕਿਉਂਕਿ ਉਮਰ 60 ਸਾਲ ਕੋਈ ਇੰਨੀ ਉਮਰ ਜਾਣ ਦੀ ਨਹੀਂ ਸੀ। ਹਾਂਜੀ, ਤੇ ਪਰ ਜਿਹੜੇ ਰੋਗ ਨੇ ਉਹਨਾਂ ਨੂੰ ਘੇਰ ਲਿਆ ਸੀ, ਫਿਰ ਉਹਦਾ ਅੰਤ ਵੀ ਆਖਰ ਮਰਨ ਲਿਖਾਏ ਮੰਡਲ ਮੇ ਆਏ। ਵਾਹਿਗੁਰੂ ਕਿਰਪਾ ਕਰਨ, ਸੋ ਸ਼ਾਂਤੀ ਮਿਲੇ ਜੀ ਉਹਨਾਂ ਨੂੰ। ਤੇ ਪਰ ਉਹਨਾਂ ਦੇ ਜਿਹੜੇ ਜਿਸ ਤਰੀਕੇ ਦੇ ਵੀ ਉਹਨਾਂ ਦੇ ਵਿਚਾਰ ਸਨ, ਜੋ ਉਹਨਾਂ ਦਾ ਕੰਮ ਸੀ, ਅਖੀਰਲੇ ਸਾਹ ਅਖੀਰਲੇ ਦਮ ਤੱਕ ਉਸ ਨੂੰ ਨਿਭਾ ਗਏ ਨੇ ਜੀ। ਗੁਰੂ ਮਹਾਰਾਜ ਉਹਨਾਂ ਨੂੰ ਸ਼ਾਂਤੀ ਬਖਸ਼ਣ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਇੱਕ ਗੱਲ ਨਾਲ ਵਾਈਂਡ ਅਪ ਕਰਨਾ ਆਪਾਂ। ਜਦੋਂ ਅਸੀਂ ਇਹੋ ਜਿਹੇ ਮਸਲੇ 'ਤੇ ਰੈਸਟੋਰੈਂਟ ਵਾਲੇ ਮਸਲੇ 'ਤੇ ਗੱਲ ਕੀਤੀ ਹੈ ਨਾ, ਤੇ ਕਈ ਰੈਸਟੋਰੈਂਟ ਵਾਲੇ ਸਾਡੇ ਦੋਸਤ ਨੇ, ਮਿੱਤਰ ਨੇ, ਕਈਆਂ ਕੋਈ ਜਾਈਦਾ ਵੀ ਆ, ਬੈਠੀ ਦਾ ਵੀ ਆ, ਸੁਣਦੇ ਵੀ ਨੇ, ਹੈ ਨਾ। ਕਈਆਂ ਨੂੰ ਚੰਗਾ ਲੱਗਦਾ, ਉਹ ਕਈ ਸ਼ਿਕਵਾ ਵੀ ਕਰਨਗੇ। ਕਈਆਂ ਨੂੰ ਨਹੀਂ ਚੰਗਾ ਲੱਗਾ ਜਿਸ ਅਦਾਰੇ ਦਾ ਨਾਂ ਆਇਆ। ਉਹਨਾਂ ਨੇ ਹਮੇਸ਼ਾ ਹੀ ਜਦੋਂ ਆਪਾਂ, ਮੈਨੂੰ ਤਾਂ ਉਹ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਜਦੋਂ ਅਸੀਂ ਚੰਗੇ ਭਲੇ ਕਿਸੇ ਮੀਟ ਸਟੋਰ ਦੀ ਐਡਵਰਟਾਈਜ਼ਮੈਂਟ ਕਰਦੇ ਹੁੰਦੇ ਸੀ ਨਾ, ਭਲਿਆ ਵੇਲਿਆਂ ਦੀ ਗੱਲ ਕਰਦਾ ਜੀ ਮੈਂ, ਉਹ ਮੀਟ ਸਟੋਰ ਵਾਲੇ ਨੇ ਐਡਵਰਟਾਈਜ਼ਮੈਂਟ ਕਰਨੀ ਤੇ ਮਹੀਨੇ ਪਿੱਛੋਂ ਕਹਿਣਾ ਐਡ ਬੰਦ ਕਰ, ਤੁਸੀਂ ਤੇ ਸਾਡੇ ਤਵਾ ਲਾਉਂਦੇ। ਮੈਂ ਕਿਹਾ ਜੀ ਤੁਹਾਡੇ ਤੇ ਮੈਂ ਕਦੋਂ ਤਵਾ ਲਾਇਆ? ਮੈਂ ਤੇ ਡੋਡਿਆਂ ਵਾਲੇ ਦੇ ਤਵਾ ਲਾਇਆ ਜਿਹੜੇ ਵੇਚਦੇ। ਤੁਸੀਂ ਡੋਡੇ ਵੇਚਦੇ ਹੋ? ਹਾਂਜੀ। ਤੇ ਜਦੋਂ ਕਿ ਮੁੱਖ ਅੱਡਾ ਉਹੀ ਹੁੰਦਾ ਸੀ, ਤੁਹਾਨੂੰ ਯਾਦ ਹੋਊਗਾ, ਹੈ ਨਾ। ਤੇ ਉਹ ਗੱਲ ਇਹ ਹੈ ਕਿ ਮਤਲਬ ਅਸੀਂ ਤਾਂ ਕਰਦੇ, ਮਤਲਬ ਐਡਵਰਟਾਈਜ਼ਮੈਂਟ ਤੁਸੀਂ ਸਾਨੂੰ ਕੋਈ ਦਿੱਤੀ ਆ। ਡੋਡਿਆਂ ਵਾਲੇ ਜਿਹੜੇ ਸੀ ਉਹਨਾਂ ਨੇ ਡੋਡੇ ਵੇਚੇ, ਉਹਨਾਂ ਨੇ ਗਾਂ ਤਰੱਕੀਆਂ ਕੀਤੀਆਂ, ਬੜੇ ਬੜੇ ਵੱਡੇ ਅਦਾਰੇ ਖੋਲ੍ਹੇ, ਕਦੀ ਐਡ ਨਹੀਂ। ਉਹ ਵੱਖਰਾ ਹੀ ਵਿਸ਼ਾ। ਹੁਣ ਜਦੋਂ ਅਸੀਂ ਇਹੀ ਜਿਹੀ ਗੱਲ ਕਰਦੇ ਹਾਂ, ਸਾਡੇ ਨਾਲ ਖਾਰ ਖਾਣ ਵਾਲੇ ਕਈ ਹੋਣਗੇ ਵੀ ਕਿਉਂ ਨਾ ਆਇਆ, ਇਹਨਾਂ ਨੂੰ ਨਹੀਂ ਚੰਗਾ ਲੱਗਾ ਹੋਣਾ। ਕਈ ਇਹੋ ਜਿਹੇ ਵੀ ਹੈਗੇ ਨੇ ਰੈਸਟੋਰੈਂਟ ਵਾਲੇ ਜਾਂ ਦੁਕਾਨਦਾਰਾਂ ਵਾਲੇ ਕਿ ਸਾਨੂੰ ਵਰਕਰ ਦੀ ਲੋੜ ਨਹੀਂ, ਸਾਨੂੰ ਜ਼ਰੂਰਤ ਨਹੀਂ ਹੁੰਦੀ। ਪਰ ਜਦੋਂ ਅਸੀਂ ਸਾਡੇ ਕੋਲ ਆਉਂਦੇ ਆ ਨਾ ਤੇ ਉਹਨਾਂ ਦੇ ਚਿਹਰੇ ਵੇਖਦੇ ਆ, ਭਾਵ ਭਾਵ ਵੇਖਦੇ ਆ, ਕਈ ਵਾਰ ਤੋਂ ਕਹਿੰਦੇ ਜੀ ਸਾਨੂੰ ਇੰਨੀ ਕੁ ਮਜਬੂਰੀ, ਸਾਨੂੰ ਜਿੱਦਾਂ ਮਰਜ਼ੀ ਰੱਖ ਲਓ। ਉਦੋਂ ਦੱਸੋ ਚਾਵਲਾ ਜੀ ਕੀ ਕਰੀਏ? ਜੌਲ ਸਾਹਿਬ, ਇਹ ਵੀ ਇੱਕ ਬੜਾ ਵੱਡਾ, ਇਹ ਵੀ ਇੱਕ ਬੜੀ ਵੱਡੀ ਸ਼ੈ ਆ। ਕਹਿੰਦੇ ਸਾਨੂੰ ਲੋੜ ਵੀ ਨਹੀਂ, ਆ ਜਾਂਦੇ ਆ ਕਈ ਬੱਚੇ ਬੱਚੀਆਂ ਜਾਂ ਵਰਕਰ ਇਹੋ ਜਿਹੇ ਵੀ ਆ ਜਾਂਦੇ ਆ, ਅਡਲਟ ਵੀ ਆਉਂਦੇ, ਭਾਈ ਰੱਖ ਲਓ। ਔਰ ਬਲੀਵ ਮੀ, ਮੈਂ ਇੱਕ ਦੁਕਾਨ 'ਤੇ ਬੈਠਾ ਸੀ, ਫੋਨ ਆ ਗਿਆ, ਸਪੀਕਰ ਫੋਨ 'ਤੇ ਲਾ ਦਿੱਤਾ ਉਹਨੇ, ਕਹਿੰਦਾ ਸੁਣੀ ਚੱਲੋ। ਹੁਣ ਕਹਿੰਦਾ ਜੀ ਮੈਂ ਫਲਾਣੀ ਥਾਂ 'ਤੇ ਕੰਮ ਕੀਤਾ, ਤੁਸੀਂ ਮੈਨੂੰ ਰੱਖ ਕੇ ਵੇਖੋ, 2 ਹਫ਼ਤੇ ਮੈਂ ਫ੍ਰੀ ਕੰਮ ਕਰੂੰਗਾ। ਹੁਣ ਇੱਥੇ ਕੀ ਕਵਾਂਗੇ ਆਪਾਂ, ਦੱਸੋ ਮੈਨੂੰ? ਨਹੀਂ, ਇੱਥੇ ਇਹੀ ਕਵਾਂਗੇ ਵੀ ਅਸੀਂ ਆਪਣਾ ਘਰ ਸਾਫ਼ ਰੱਖਾਂਗੇ, ਅਸੀਂ ਚਰੁੰਡਾਂਗੇ ਨਹੀਂ, ਅਸੀਂ ਉਹਦਾ ਮਿਸਯੂਜ਼ ਨਹੀਂ ਕਰਾਂਗੇ। ਅਸੀਂ ਆਪਣੀ ਜਗ੍ਹਾ ਮਤਲਬ ਜਵਾਬ ਦੇ ਦੇਣ ਵੀ ਨਹੀਂ ਰੱਖਣਾ, ਹੈ ਨਾ। ਹਾਂ, ਨਹੀਂ ਰੱਖਣਾ। ਜੇ ਰੱਖਣਾ ਵੀ ਆ ਤੇ ਅਸੀਂ ਤੇਰੇ ਹੱਕ ਜਿਹੜੇ ਉਹ ਪੂਰੇ ਦੇਵਾਂਗੇ। ਸਿੰਪਲ ਇਜ਼ ਦੈਟ। ਜੀ ਜੀ ਜੀ। ਕਰੋਗੇ ਵੀ ਜੇ ਕਿਸੇ ਨੇ ਤਰਲੇ ਨਾਲ ਰੱਖ ਲਿਆ, ਤੁਸੀਂ ਉਹਦਾ ਖੂਨ ਚੋੜਨਾ ਸ਼ੁਰੂ ਕਰ ਦਿਓ ਨਾਲ, ਵੀ ਮੈਨੂੰ ਇਹਨੇ ਕਿਹਾ ਸੀ ਮੈਨੂੰ ਰੱਖ ਲਓ। ਬਿਲਕੁਲ ਸਹੀ। ਇਸ ਕਰਕੇ ਇਹ ਤਵਾ ਜਿਹੜਾ ਜੀ ਵੀ ਇਹ ਕਿਸੇ ਬਿਜ਼ਨਸ ਤੇ ਨਹੀਂ, ਬੇਈਮਾਨੀ ਸੋਚ ਤੇ ਹੈ। ਚੋਰ ਬਾਜ਼ਾਰੀ ਦੇ ਕਾਰੋਬਾਰ ਦੀ ਐਡ ਤੋਂ ਰੱਬ ਬਚਾਵੇ, ਮੈਂ ਕਹੂੰਗਾ। ਸੋ ਜੇ ਬੇਈਮਾਨੀ ਦੇ ਖਿਲਾਫ ਬੋਲਣ ਤੋਂ ਸਾਨੂੰ ਕੋਈ ਰੋਕੂਗਾ ਤੇ ਮੈਂ ਸਮਝਾਂਗਾ ਕਿ ਉਸ ਭੈਣ ਭਰਾ ਨੂੰ ਆਪਣੇ ਵਿੱਚ ਐਡਜਸਟਮੈਂਟ, ਆਪਣੀ ਬੁੱਧੀ ਠੀਕ ਕਰਨ ਦੀ ਲੋੜ ਹੈ। ਮੀਡੀਆ ਠੀਕ ਹੈ ਜੀ, ਬਿਲਕੁਲ। ਜਿਹੜਾ ਬੇਈਮਾਨੀ ਦੇ ਖਿਲਾਫ ਬੋਲੂਗਾ, ਜੀ ਮਿਹਰਬਾਨੀ, ਸਿਰੋਪ ਤੇ ਘੋਲ ਦੇ ਖਿਲਾਫ ਬੋਲੂਗਾ, ਉਹ ਮੀਡੀਆ ਠੀਕ ਹੈ। ਤੇ ਜਿਹੜਾ ਉਹਨੂੰ ਰੋਕੂਗਾ, ਉਹਨੂੰ ਆਪਣਾ ਦਿਮਾਗ ਠੀਕ ਕਰਨ ਦੀ ਲੋੜ ਹੈ। ਚੜ੍ਹਦੀ ਕਲਾ ਚ ਰਹੋ, ਜਿੰਦਾਬਾਦ ਰਹੋ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।